ਮਹਾਰਾਜਿਆਂ ਦੇ ਜਿਹੜੇ ਸ਼ੌਕ ਸੀ ਇਹਨਾਂ ਦੇ ਵੱਡਿਆਂ ਦੇ ਵੀ ਤੇ ਇਹੋ ਹੀ ਸੀ। ਪਟਿਆਲੇ ਵਾਲਿਆਂ ਦੇ ਸ਼ੌਕ ਕਹਿੰਦੇ ਕੋਈ ਗਿਣਤੀ ਨਹੀਂ ਸੀ ਕਿੰਨੀਆਂ ਮਹਾਰਾਣੀਆਂ ਸੀ। ਜਿੱਥੇ ਲੋਕਾਂ ਦੀਆਂ ਉਮੀਦਾਂ ਦੇ ਨਾਲ ਤੁਸੀਂ ਜਿੱਤੇ ਹੋਏ ਆ, ਉਹਨਾਂ ਨੇ ਕੁਝ ਤੁਹਾਨੂੰ ਕੰਮ ਦਿੱਤੇ ਹੋਏ ਆ, ਤੁਸੀਂ ਉਹ ਛੱਡ ਕੇ ਇਸ਼ਕ ਮੁਸ਼ਕ 'ਚ ਤੁਰੇ ਫਿਰੋਗੇ ਤਾਂ ਉਹ ਬਹੁਤਾ ਸੋਭਾ ਨਹੀਂ ਦਿੰਦਾ। बिल्कुल होंगे, बहुत सारे एमपी होंगे। फाइंड आउट कि करे किसी की ड्यूटी लगाए। अच्छा चलिए चलिए कोई बात नहीं, आप खुबीराम जी से कहिएगा कि वो किसी की ड्यूटी लगा के ना सब आई वांट टू नो कि वो जो हमारा चीकू है कितने लगे फ्रूट। ਇਸ ਕਰਕੇ ਇਹੋ ਜਿਹੀਆਂ ਵੀਡੀਓ ਜਿਹੜੀਆਂ ਗੱਲਾਂ ਕਿੰਨੇ ਚੀਕੂ ਆ ਗਿਣ ਕੇ ਦਿਓ ਤੇ ਐਵੇਂ ਹੈ ਨਾ ਫਲਾਈਂਗ ਕੇਸ ਛੱਡੀ ਜਾਂਦੇ ਆ, ਜੇ ਕਰੀ ਜਾਂਦੇ ਬੱਚਿਆਂ ਵਾਂਗੂ, ਤੇ ਉਹ ਗਾਂ ਜਵਾਬ ਉਹਨਾਂ ਲਈ ਟਾਈਮ ਹੈਗਾ, MLA ਲਈ ਟਾਈਮ ਨਹੀਂ ਹੈਗਾ, ਪਬਲਿਕ ਲਈ ਟਾਈਮ ਨਹੀਂ ਹੈਗਾ, ਦਫ਼ਤਰ 'ਚ ਤੁਸੀਂ ਆਉਂਦੇ ਨਹੀਂ। अच्छा behind the cottage. I don't remember a Chiku behind the cottage, but behind the cottage. I don't remember a Chiku behind the cottage, but they say there's yeah chikus. They are chikus. And what about sitaphal? But you have to break it a bit early. They are not grainy. It's very sweet and very nice. I know. ate 2-3 of them. What about sitaphal? Apple का? I've told you I've been. तुम मेरी जान किसी को रैकी पे भेज देना कल। तुम मेरी जान किसी को रैकी पे भेज देना कल। ਔਰ ਇੱਕ ਬਾਰਡਰ ਦੇ ਚੀਫ ਮਿਨਿਸਟਰ ਦੇ ਘਰ ਉੱਥੋਂ ਦੀ ਸਿਟੀਜ਼ਨ 'ਚ ਬੈਠੇ ਤੇ ਸੈਂਟਰ ਦੀ ਮਦਦ ਦੇ ਨਾਲ ਹੀ ਆ, ਸੈਂਟਰ ਦੀ ਸਹਿਮਤੀ ਦੇ ਨਾਲ ਹੀ ਆ। ਔਰ ਤੁਹਾਨੂੰ ਤਾਂ ਪਤਾ ਹੀ ਆ, ਗੱਲਾਂ ਰੋਜ਼ ਚੱਲਦੀਆਂ ਹੀ ਆ ਕਿ ਜਿਹੜਾ ਅਜੀਤ ਡੋਵਾਲ ਹੈ NSA ਉਹ ਇਸ ਦੀ ਇਜਾਜ਼ਤ ਦੇ ਦੇ ਤੇ ਫਿਰ ਕੰਮ ਚੱਲ ਪੈਂਦਾ, ਫਿਰ ਕਿਸੇ ਨੂੰ ਕੋਈ ਦਿੱਕਤ ਨਹੀਂ। ਕਿੱਥੇ ਤੇ ਕਾਂਗਰਸ ਨੇ ਉਸ ਸਾਰੇ ਫੈਸਲੇ ਤੋਂ ਬਾਅਦ ਆਪਣੀ ਇਹ ਇਲੈਕਸ਼ਨ ਲੁੱਟਣੀ ਸੀ, ਕਿੱਥੇ ਉਹੀ ਬੰਦੇ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਲਾਇਆ ਸੀ, ਉਹ ਇਹਨਾਂ ਦੇ ਸਿਰ ਠੀਕਰਾ ਭੰਨ ਕੇ ਤੇ ਆਪ ਨਾਲੇ ਪਰਾਂ ਹੋ ਗਿਆ ਤੇ ਨਾਲੇ ਇਹਨਾਂ ਨੂੰ ਐ ਠੰਡੇ ਬਰਫ਼ ਦੇ ਵਿੱਚ ਲਾ ਗਿਆ। ਬਹੁਤੇ ਬੰਦੇ ਤੇ ਐਸ ਕਰਕੇ ਵੀ ਲੱਗੇ ਆ ਕਿ ਇਹ ਬੁੱਢੇ ਸ਼ੇਰ ਨੂੰ ਕੈਪਟਨ ਸਾਹਿਬ ਨੂੰ ਪਰਾਂ ਕਰੋ, ਇਹਨਾਂ ਨੂੰ ਹੁਣ ਪੈਨਸ਼ਨ ਤੇ ਭੇਜੋ ਕੈਪਟਨ ਸਾਹਿਬ ਨੂੰ, ਤੇ ਆਪਾਂ ਹੁਣ ਰਾਜ ਕਰੀਏ, ਹੁਣ ਸਾਡਾ ਵੇਲਾ ਹੈ। ਹੁਣ ਇਹ ਜਿਹੜੀ ਸਾਰੀ ਹਾਲਾਤ ਪੰਜਾਬ ਦੀ ਬਣੀ ਹੈ, ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੀ, ਇਹ ਕੈਪਟਨ ਸਾਹਿਬ ਦੀਆਂ ਆਪਣੀਆਂ ਨਾਕਾਮੀਆਂ ਤੇ ਹੈ ਹੀ ਹੈ, ਕਿਉਂਕਿ ਉਹ PK ਨੂੰ ਫੜ ਕੇ ਲੈ ਆਉਂਦੇ ਆ, ਪ੍ਰਸ਼ਾਂਤ ਕਿਸ਼ੋਰ ਨੂੰ ਉਹ ਪ੍ਰੋਗਰਾਮ ਬਣਾ ਦੇਣਾ, ਪਾਰਟੀ ਨੂੰ ਇੱਕ ਪਾਸੇ ਰੱਖਤਾ। ਪਾਰਟੀਆਂ ਜਦ ਖੁਦ ਕਾਡਰ ਤੇ ਭਰੋਸਾ ਨਹੀਂ ਰਹੂ, ਪਾਰਟੀ ਤੇ ਭਰੋਸਾ ਨਹੀਂ ਰਹੂ, ਆਪਣੇ ਕੰਮਾਂ ਤੇ ਸਰਕਾਰ ਤੇ ਭਰੋਸਾ ਨਹੀਂ ਰਹੂ, ਤੇ PK ਤੇ ਭਰੋਸਾ ਹੋਊ ਵੀ ਉਹ ਕੰਮ ਕਰੂਗਾ, ਸਾਡਾ ਬੇੜਾ ਪਾਰ ਲਾਊ। 5-6 ਦੇ ਅਕਾਲੀ ਦਲ ਹੈ ਹੀ ਆ, ਉਹਦੇ 'ਚ ਇੱਕ ਹੋਰ ਬਣ ਗਿਆ। 3 ਰੂਪ ਤੇ ਇਹਨਾਂ ਨੇ ਬਦਲੇ ਆ 6 ਮਹੀਨਿਆਂ 6 'ਚ ਪਿਛਲਿਆਂ 'ਚ ਕਿੰਨੇ ਰੂਪ ਬਦਲੇ ਆ। ਕਦੀ ਕਹਿੰਦੇ ਮੈਂ ਚੀਫ ਮਿਨਿਸਟਰ ਦੀ ਨਹੀਂ, ਕਦੀ ਚੋਣ ਨਹੀਂ ਲੜੂੰਗਾ, ਕਦੀ ਮੈਂ SGPC ਜਾਊਂਗਾ, ਫਿਰ ਡੈਮੋਕ੍ਰੇਟਿਕ ਬਣ ਗਿਆ, ਉਧਰ ਟਕਸਾਲੀ ਬਣ ਗਿਆ, ਫਿਰ ਉਹਨਾਂ ਦਾ ਹਾਈਬ੍ਰਿਡ ਹੋ ਗਿਆ, ਜਿਵੇਂ ਹਾਈਬ੍ਰਿਡ ਮੱਕੀ ਹੁੰਦੀ ਆ, ਫਿਰ ਹੁਣ ਇਕੱਠਾ ਕਰ ਲਿਆ, ਮਤਲਬ ਕੀ ਸੰਯੁਕਤ ਹੋ ਗਿਆ ਜੀ। ਹੁਣ ਇਹ ਸੰਯੁਕਤ ਕੀ ਹੋਣਾ, 2 ਬੰਦੇ ਆ। ਜੇ ਪੰਜਾਬ ਦੀ ਸਿਆਸਤ ਦੀ ਗੱਲ ਕਰੀਏ ਤਾਂ ਕੱਕਾ ਕਾਂਗਰਸ ਦੇ ਵਿੱਚ ਕੱਕਾ ਕਲੇਸ਼ ਸਿਖਰ ਤੇ ਪਹੁੰਚਿਆ। ਦ ਖਬਰਸਾਰ ਚੈਨਲ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਇੱਕ ਪਾਸੇ ਪੰਜਾਬ ਦਾ ਜਿਹੜਾ ਕਿਸਾਨ ਹੈ ਜਾਂ ਪੂਰੀ ਦੁਨੀਆ ਦਾ ਜਿਹੜਾ ਕਿਸਾਨ ਹੈ, ਦਿੱਲੀ ਦੀਆਂ ਬਰੂਹਾਂ ਤੇ ਆਪਣੀ ਜਾਨ ਤਲੀ ਤੇ ਧਰ ਕੇ ਬੈਠਾ ਹੈ, ਤੇ ਦੂਜੇ ਪਾਸੇ ਇੱਕ ਮੁਹਤਰਮਾ ਜੋ ਆਪਣੀ ਜਾਨ ਨੂੰ ਆਰਡਰ ਦੇ ਰਹੇ ਨੇ ਕਿ ਚੀਕੂ ਗਿਣ ਕੇ ਆਓ ਕਿੰਨੇ ਨੇ, ਅੰਬ ਗਿਣ ਕੇ ਆਓ ਕਿੰਨੇ ਲੱਗੇ ਨੇ, ਸੇਬ ਗਿਣ ਕੇ ਆਓ ਕਿੰਨੇ ਲੱਗੇ ਨੇ। ਇਸ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਪ੍ਰੋਫੈਸਰ ਮਨਜੀਤ ਸਿੰਘ ਜੀ, ਸਿਆਸੀ ਮਾਹਰ ਨੇ। ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਸਰ ਬਹੁਤ ਸਵਾਗਤ ਹੈ ਤੇ ਖਬਰਸਾਰ। ਬਹੁਤ ਬਹੁਤ ਧੰਨਵਾਦ ਜੀ। ਸਰ ਇੱਕ ਪਾਸੇ ਜਿਵੇਂ ਮੈਂ ਸ਼ੁਰੂਆਤ ਕੀਤੀ ਹੈ ਵੀ ਕਿਸਾਨਾਂ ਦੀ ਜਾਨ ਤਲੀ ਤੇ ਲੱਗੀ ਹੋਈ ਹੈ, ਦੂਜੇ ਪਾਸੇ ਮੁਹਤਰਮਾ ਦੀ ਜਾਨ ਅੰਬ ਚੀਕੂ ਸੀਤਾਫਲ ਗਿਣਨ 'ਚ ਵਿਅਸਤ ਹੈ ਜੀ। ਉਹਦਾ ਨਾਂ ਲੈ ਦਿੰਦੇ ਤੇ ਚੰਗਾ ਸੀਗਾ। ਉਹ ਜਿਹੜਾ ਵੀਡੀਓ ਦੀ ਕਲਿੱਪਿੰਗ ਤੋਂ ਤੇ ਅਰੂਸਾ ਹੀ ਲੱਗਦੇ ਆ, ਲੱਗਦਾ ਵੀ ਆ ਕਿਤੇ ਸ਼ਾਇਦ ਹੋ ਸਕਦਾ ਬਾਹਰ ਦੇ ਕਿਸੇ ਵਿਦੇਸ਼ੀ ਹੋਟਲ ਦੇ ਵਿੱਚ ਹੋਣ, ਤੇ ਉੱਥੇ ਇਹਦੇ ਹੁਣ ਜਗ ਜਾਰੀ ਹੈਗਾ ਆ ਠਾਕਰ ਜੀ ਕਿ ਮਹਾਰਾਜਿਆਂ ਦੇ ਜਿਹੜੇ ਸ਼ੌਕ ਸੀ, ਇਹਨਾਂ ਦੇ ਵੱਡਿਆਂ ਦੇ ਵੀ ਤੇ ਇਹੋ ਹੀ ਸੀ। ਪਟਿਆਲੇ ਵਾਲਿਆਂ ਦੇ ਸ਼ੌਕ ਕਹਿੰਦੇ ਕੋਈ ਗਿਣਤੀ ਨਹੀਂ ਸੀ ਕਿੰਨੀਆਂ ਮਹਾਰਾਣੀਆਂ ਸੀ, ਤੇ
ਇਹਨਾਂ ਦੀ ਤਾਂ ਅਜੇ ਸਗੋਂ ਬੜੀ ਲਿਮਿਟ ਆ, ਇਹ ਮਾਡਰਨ ਹੈਗੇ ਆ, ਇਹਨਾਂ ਨੇ ਕੋਈ ਉਸ ਤਰ੍ਹਾਂ ਅਣਗਿਣਤ ਹਰਮ ਨਹੀਂ ਹੈਗਾ। ਚੀਫ ਮਿਨਿਸਟਰ ਹੈਗੇ ਆ, ਪਰ ਉਹ ਇੱਕ ਕਿਸਮ ਦਾ ਜਿਹੜਾ ਮੇਰਾ ਖਿਆਲ ਹੈ ਕੋਈ ਨਿੱਜੀ ਤੌਰ 'ਤੇ ਉਹਨਾਂ ਦਾ ਹੈ, ਅਤੇ ਉਹਦੇ 'ਚ ਬਹੁਤਾ ਖਰੋਦਣ ਦੀ ਲੋੜ ਨਹੀਂ ਹੈ। ਪਰ ਤੁਹਾਡੀ ਗੱਲ ਇੱਕ ਪਾਸੇ ਇਹ ਜ਼ਰੂਰ ਕਿ ਜਦੋਂ ਪੰਜਾਬ ਦੇ ਅੰਦਰ ਇੰਨਾ ਕੋਹਰਾਮ ਮੱਚਿਆ ਹੋਵੇ, ਲੋਕਾਂ ਨੂੰ ਕਿਤੇ ਆਕਸੀਜਨ ਦੀ, ਕਿਤੇ ਦਵਾਈਆਂ ਦੀ, ਕਿਤੇ ਡਾਕਟਰ ਨਹੀਂ, ਕਿਤੇ ਹਸਪਤਾਲ ਨਹੀਂ, ਹਾਹਾਕਾਰ ਮੱਚੀ ਹੋਵੇ, ਉਦੋਂ ਇਹੋ ਜਿਹੀਆਂ ਗੱਲਾਂ ਕੋਈ ਜਿਹੜੀਆਂ ਬਾਹਰ ਆਉਣ, ਕੋਈ ਪ੍ਰਾਈਵੇਟਲੀ ਨਿੱਜੀ ਤੌਰ 'ਤੇ ਹੈ, ਲੋਕਾਂ ਨੂੰ ਪਤਾ ਹੀ ਹੈ, ਉਹ ਗੱਲ ਹੋਰ ਹੁੰਦੀ ਹੈ। ਜੇ ਤੁਸੀਂ ਉਹ ਬਾਹਰ ਵੀਡੀਓ 'ਚ ਹੋ ਕੇ ਪਬਲਿਕ 'ਚ ਆਉਣ ਤਾਂ ਫਿਰ ਇੱਕ ਅਕਸ਼ ਦੇ ਉੱਤੇ ਸੱਟ 'ਤੇ ਲੱਗਦੀ ਹੈ, ਕਿਉਂਕਿ ਰਾਜੇ ਮਹਾਰਾਜੇ ਉਹ ਕਹਿੰਦੇ ਸੀਗੇ ਕਿ ਅਸੀਂ ਤਾਂ ਰੱਬੋਂ ਭੇਜੇ ਹੋਏ ਹਾਂ, ਔਰ ਸਾਨੂੰ ਪੰਡਿਤ ਜੀ ਨੇ ਤਿਲਕ ਲਾਤਾ, ਇਸ ਕਰਕੇ ਅਸੀਂ ਬਿਲਕੁਲ ਹੀ ਯਾਨੀ ਸਰਟੀਫਿਕੇਟ ਵੀ ਮਿਲ ਗਿਆ ਕਿ ਤੁਸੀਂ ਹੁਣ ਰਾਜ ਕਰਨ ਦੇ ਕਾਬਲ ਆ, ਸਰਟੀਫਾਈਡ ਤੁਸੀਂ ਰਾਜ ਆ, ਰਾਜ ਹੀ ਕਰੋਗੇ, ਤੁਹਾਡੇ ਗਾਂ ਪੁੱਤ ਪੋਤੇ ਦੋਤੇ ਸਾਰੇ ਰਾਜ ਕਰਨਗੇ। ਪਰ ਇੱਥੇ ਤਾਂ ਇਹ ਸਿਸਟਮ ਨਹੀਂ ਹੈ, ਇਹ ਤਾਂ ਲੋਕਤੰਤਰ ਆ, ਵੋਟਾਂ ਦਾ ਤੰਤਰ ਆ, ਜਿੱਥੇ ਲੋਕਾਂ ਦੀਆਂ ਉਮੀਦਾਂ ਦੇ ਨਾਲ ਤੁਸੀਂ ਜਿੱਤੇ ਹੋਏ ਆ, ਉਹਨਾਂ ਨੇ ਕੁਛ ਤੁਹਾਨੂੰ ਕੰਮ ਦਿੱਤੇ ਹੋਏ ਆ, ਤੁਸੀਂ ਉਹ ਛੱਡ ਕੇ ਇਸ਼ਕ ਮੁਸ਼ਕ 'ਚ ਤੁਰੇ ਫਿਰੋਗੇ ਤਾਂ ਉਹ ਬਹੁਤਾ ਸੋਭਾ ਨਹੀਂ ਦਿੰਦਾ। ਨਾਲੇ ਉਮਰ ਵੇਖ ਲੈਣੀ ਚਾਹੀਦੀ ਆ, ਹੁਣ ਕਿਹੜੀ ਇਹ ਉਮਰ ਆ, ਜਵਾਨੀ 'ਚ ਕੋਈ ਬੰਦਾ ਮਾੜਾ ਮੋਟਾ ਹੋਵੇ ਤੇ ਬੰਦਾ ਸੋਚ ਲੈਂਦਾ ਕਿ ਚਲੋ ਕੋਈ ਗੱਲ ਨਹੀਂ। ਹੁਣ ਤਾਂ ਆਖਰੀ ਉਮਰ ਆ, ਅਤੇ ਜਾਂ ਤਾਂ ਰੱਬ ਦਾ ਨਾਂ ਲਓ, ਜਾਂ ਤੁਸੀਂ ਲੋਕਾਂ ਲਈ ਜਿੰਨਾ ਵੱਧ ਤੋਂ ਵੱਧ ਕਰ ਸਕਦੇ ਆਪਣੀ ਜਾਨ ਕੁਰਬਾਨ ਕਰਕੇ ਵੀ, ਕਿਉਂਕਿ ਇਸ ਧਰਤੀ ਨੇ ਬਹੁਤ ਕੁਝ ਦਿੱਤਾ ਹਰ ਬੰਦੇ ਨੂੰ, ਅਤੇ ਮਹਾਰਾਜਿਆਂ ਨੂੰ ਤਾਂ ਹੋਰ ਵੀ ਜ਼ਿਆਦਾ ਦਿੱਤਾ, ਕੁਝ ਵਿਰਸੇ 'ਚ ਮਿਲਿਆ, ਕੁਝ ਚੀਫ ਮਿਨਿਸਟਰ ਬਣ ਗਏ। ਅਤੇ ਇਸ ਦਾ ਜਾਣੀ ਇੱਕ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਸਾਨੂੰ ਇਹ ਉਮੀਦ ਸੀ ਕਿ ਕਿਉਂਕਿ ਜਿਵੇਂ ਕਹਿੰਦੇ ਆਖਰੀ ਟਰਮ ਹੈ, ਅਤੇ ਬਹੁਤ ਪੰਜਾਬ ਦਾ ਕੁਛ ਨਾ ਕੁਛ ਭਲਾ ਕਰਕੇ ਜਾਣਗੇ, ਕਿਉਂਕਿ ਆਖਰੀ ਟਾਈਮ 'ਤੇ ਆਖਰੀ ਦਮ 'ਤੇ ਬੰਦਾ ਇਹ ਸੋਚਦਾ ਕਿ ਚਲੋ ਜੀ ਹੁਣ ਸਾਰਾ ਕੁਛ ਪਰਦਾ ਪੈ ਜਾਊਗਾ, ਆਲ ਇਜ਼ ਵੈਲ ਦੈਟ ਐਂਡਸ ਵੈਲ, ਜਿਵੇਂ ਅੰਗਰੇਜ਼ੀ ਦੀ ਕਹਾਵਤ ਆ, ਅਤੇ ਉਹ ਐਂਡ ਵੈਲ ਹੋ ਜਾਵੇ, ਪਰ ਇਹ ਗੱਲ ਬਣੀ ਨਹੀਂ ਹੈਗੀ। ਇਸ ਕਰਕੇ ਇਹੋ ਜਿਹੀਆਂ ਵੀਡੀਓ ਜਿਹੜੀਆਂ ਗੱਲਾਂ ਕਿੰਨੇ ਚੀਕੂ ਆ ਗਿਣ ਕੇ ਦਿਓ, ਅਤੇ ਐਵੇਂ ਹੈ ਨਾ ਫਲਾਇੰਗ ਕੇਸ ਛੱਡੀ ਜਾਂਦੇ ਆ, ਜੇ ਕਰੀ ਜਾਂਦੇ ਬੱਚਿਆਂ ਵਾਂਗੂ, ਅਤੇ ਉਹ ਗਾਂ ਜਵਾਬ ਉਹਨਾਂ ਲਈ ਟਾਈਮ ਹੈਗਾ, MLA ਲਈ ਟਾਈਮ ਨਹੀਂ ਹੈਗਾ, ਪਬਲਿਕ ਲਈ ਟਾਈਮ ਨਹੀਂ ਹੈਗਾ, ਦਫ਼ਤਰ 'ਚ ਤੁਸੀਂ ਆਉਂਦੇ ਨਹੀਂ। ਇਹਦਾ ਮਤਲਬ ਇਹਨਾਂ ਨੂੰ ਇਹ ਅਸਲ 'ਚ ਅਜੇ ਵੀ ਮਹਾਰਾਜੇ ਆਪਣੇ ਆਪ ਨੂੰ ਜ਼ਿਆਦਾ ਸਮਝਦੇ ਆ, ਲੋਕ ਨੇਤਾ ਔਰ ਚੀਫ ਮਿਨਿਸਟਰ ਘੱਟ ਸਮਝਦੇ, ਨਹੀਂ ਤਾਂ ਦਫ਼ਤਰ 'ਚ ਨਾ ਆਉਂਦੇ, ਨਹੀਂ ਤਾਂ ਮਹਿਲ 'ਚੋਂ ਥੋੜ੍ਹੀ ਆਪਣੀ ਚੀਫ ਮਿਨਿਸਟਰੀ ਚਲਾਉਂਦੇ। ਹਾਂਜੀ ਸਰ, ਫਰੂਟ ਗਿਣਨ ਨੂੰ ਟਾਈਮ ਲੱਗਦਾ ਨਾ ਜੀ, ਮਹਿਲਾਂ ਤੋਂ ਤਾਂ ਨਿਕਲਣਗੇ ਜੇ ਟਾਈਮ ਲੱਗੇਗਾ। ਉਹ ਵਿਅਸਤ ਬੜੇ ਨੇ, ਚੀਕੂ ਵੀ ਗਿਣਨੇ ਨੇ, ਸੇਬ ਵੀ ਗਿਣਨੇ ਨੇ, ਸੀਤਾਫਲ ਵੀ ਗਿਣਨੇ ਨੇ, ਅੰਬ ਵੀ ਗਿਣਨੇ ਨੇ। ਇੱਕ ਸਵਾਲ ਸਰ ਮੇਰਾ ਹੋਰ ਹੈ, ਕੈਪਟਨ ਸਾਹਿਬ ਬਾਰ-ਬਾਰ ਕਈ ਮੌਕਿਆਂ 'ਤੇ ਜਦੋਂ ਕਰਤਾਰਪੁਰ ਸਾਹਿਬ ਲਾਂਘਾ ਖੁੱਲ੍ਹਣਾ ਸੀ, ਉਦੋਂ ਵੀ ਇਹਨਾਂ ਨੇ ਕਿਹਾ ਕਿ ਪਾਕਿਸਤਾਨ ਕੋਈ ਸਾਜ਼ਿਸ਼ ਰਚ ਸਕਦਾ ਹੈ। ਇੰਟਰਨਲ ਸਿਕਿਉਰਿਟੀ ਦੀ ਇਹ ਬਾਰ-ਬਾਰ ਗੱਲ ਚੁੱਕਦੇ ਰਹੇ ਨੇ ਮੁੱਦਾ, ਅਮਿਤ ਸ਼ਾਹ ਦੇ ਨਾਲ ਮੀਟਿੰਗ ਹੋਈ ਤਾਂ ਵੀ ਇਹਨਾਂ ਨੇ ਆ ਕੇ ਚੁੱਕਿਆ ਵੀ ਸਾਡਾ ਇਹ ਸਿਕਿਉਰਿਟੀ ਦਾ ਇਸ਼ੂ ਬਣ ਸਕਦਾ ਹੈ। ਪਰ ਇੱਕ ਉਹ ਲੇਡੀ ਅਰੂਸਾ ਆਲਮ, ਜਿਨ੍ਹਾਂ ਬਾਰੇ ਇਹ ਬੜਾ ਪ੍ਰਚਲਿਤ ਹੈ ਕਿ ISI ਟ੍ਰੇਨਡ ਨੇ, ਉਹ ਸਿੱਧੇ ਤੌਰ 'ਤੇ ਨਾਮ ਲੈ ਰਹੇ ਨੇ ਚੀਫ ਸਿਕਿਉਰਿਟੀ ਆਫਿਸਰ ਦਾ। ਜੇ ਇੱਕ ਚੀਫ ਸਿਕਿਉਰਿਟੀ ਆਫਿਸਰ ਇੱਕ ISI ਟ੍ਰੇਨਡ ਇੱਕ ਲੇਡੀ ਦੀ ਗੱਲ ਸੁਣ ਕੇ ਉਹਨਾਂ ਦੀ ਗੱਲ ਪੂਰਦਾ ਹੋਵੇ ਤਾਂ ਉਸ ਸੂਬੇ ਦੀ ਸਿਕਿਉਰਿਟੀ ਦਾ ਹਾਲ ਕੀ ਹੋਵੇਗਾ? ਦੇਖੋ, ਇਹ ਤੁਹਾਡਾ ਸਵਾਲ ਆਪਣੇ ਆਪ 'ਚ ਇੱਕ ਮਸਾਲੇਦਾਰ ਜ਼ਰੂਰ ਸਵਾਲ ਹੈਗਾ, ਮੈਂ ਇਸ ਕਰਕੇ ਕਹਿਣਾ। ਪਰ ਇਹ ਜਿਹੜਾ ਮਾਮਲਾ ਇੰਟਰਨੈਸ਼ਨਲ ਰਿਲੇਸ਼ਨਸ ਦਾ ਹੁੰਦਾ, ਉਹ ਸੈਂਟਰ ਗੌਰਮੈਂਟ ਦਾ ਹੈ। ਜੇ ਉਹ ਇਹਦੇ ਘਰ ਬੈਠੇ ਆ ਕੋਈ ਵੀ ਮੈਡਮ, ਉਹ ਪਾਕਿਸਤਾਨੀ ਸਿਟੀਜ਼ਨ ਆ, ਉੱਥੋਂ ਦੀ ਆਰਮੀ ਦੇ ਸ਼ਾਇਦ ਪੱਤਰ ਪ੍ਰੇਰਕ ਜਾਂ ਉੱਥੇ ਕਿਸੇ ਕਿਸਮ ਦੇ ਕਵਰੇਜ ਵੀ ਕਰਦੇ ਹੈਗੇ, ਅਤੇ ਚਲੋ ਜਦ ਤੱਕ ਸਾਡੇ ਕੋਲ ਕੋਈ ਸਬੂਤ ਨਾ ਹੋਣ ਕਿਸੇ 'ਤੇ ਸ਼ੱਕ ਨਹੀਂ ਕਰਨਾ ਚਾਹੀਦਾ। ਕਿਸੇ ਦਾ ਨਿੱਜੀ ਮਾਮਲਾ ਵੀ ਹੈ, ਮੈਂ ਇੱਥੇ ਇਹ ਵੀ ਗੱਲ ਕਹਿਣਾ। ਪਰ ਉਹਦੇ ਬਾਵਜੂਦ ਇਹ ਗੱਲ ਜ਼ਰੂਰ ਹੈਰਾਨੀ ਦੀ ਹੁੰਦੀ ਹੈ ਕਿ ਜਿਹੜੀ ਸਰਕਾਰ ਕੇਂਦਰ 'ਚ ਆ, ਜੇ ਉਹਨਾਂ ਦੇ ਪ੍ਰਧਾਨ ਮੰਤਰੀ ਜਾਂ ਸਰਕਾਰ ਦੇ ਮੰਤਰੀ ਸੰਤਰੀ ਜੇ 10 ਗਾਲਾਂ ਸ਼ਾਮ ਨੂੰ, ਹੁਣ ਤੇ ਹਟੇ ਹੋਏ ਆ ਕਰੋਨਾ ਕਰਕੇ, ਕਿਉਂਕਿ ਉਹਨਾਂ ਨੇ ਇਮਰਾਨ ਖਾਨ ਨੇ ਕਿਹਾ ਕਿ ਦੇਖੋ ਜੇ ਤੁਸੀਂ ਤੰਗੀ 'ਚ ਮੈਂ ਤੁਹਾਨੂੰ ਤਾਂ ਆਕਸੀਜਨ ਭੇਜ ਸਕਦਾ, ਮੈਨੂੰ ਇੱਕ ਵਾਰੀ ਲਾਓ ਕਰੋ। ਪੰਜਾਬ ਵਾਲਿਆਂ ਨੇ ਕਿਹਾ ਸਾਨੂੰ ਹੀ ਲੈ ਲੈਣ ਦਿਓ, ਜੇ ਤੁਸੀਂ ਨਹੀਂ ਲੈਣੀ, ਸਾਡਾ ਤੇ ਉੱਧਰ ਪੰਜਾਬੀ ਬੈਠੇ ਆ, ਭਰਾ ਦੀ ਮਦਦ ਕਰਦੇ ਆ, ਕਰ ਲੈਣ ਦਿਓ। ਇਸ ਕਿਸਮ ਦਾ ਵੀ ਆਇਆ। ਪਰ ਜਿਹੜੀ ਸਰਕਾਰ ਤੁਹਾਨੂੰ ਪਤਾ ਕਿ ਐਂਟੀ ਮੁਸਲਿਮ
ਉਸ ਕਿਸਮ ਦਾ ਐਂਟੀ ਘੱਟ ਗਿਣਤੀਆਂ ਦੇ ਉੱਤੇ ਹੀ ਪਲਦੀ ਹੋਵੇ, ਆਪਣੀ ਰਾਜਨੀਤੀ ਕਰਦੀ ਹੋਵੇ, ਅਤੇ ਜੇ ਉਹ ਵੀ ਪਾਕਿਸਤਾਨ ਤੋਂ ਹੋਵੇ ਜਿੱਥੇ ਤੁਸੀਂ ਹਮੇਸ਼ਾ ਕਸ਼ਮੀਰ ਦੇ ਇਸ਼ੂ ਨਾਲ ਇਹੋ ਜਿਹੇ ਰਿਲੇਸ਼ਨ ਰੱਖਦੇ ਆ, ਔਰ ਇੱਕ ਬਾਰਡਰ ਦੇ ਚੀਫ ਮਿਨਿਸਟਰ ਦੇ ਘਰ ਉੱਥੋਂ ਦੀ ਸਿਟੀਜ਼ਨ ਜੇ ਬੈਠੇ, ਅਤੇ ਸੈਂਟਰ ਦੀ ਮਦਦ ਦੇ ਨਾਲ ਹੀ ਆ, ਸੈਂਟਰ ਦੀ ਸਹਿਮਤੀ ਦੇ ਨਾਲ ਹੀ ਆ। ਔਰ ਤੁਹਾਨੂੰ ਤਾਂ ਪਤਾ ਹੀ ਆ, ਗੱਲਾਂ ਰੋਜ਼ ਚੱਲਦੀਆਂ ਹੀ ਆ ਕਿ ਜਿਹੜਾ ਅਜੀਤ ਡੋਵਾਲ ਆ NSA, ਉਹ ਇਸ ਦੀ ਇਜਾਜ਼ਤ ਦੇ ਦੇ ਤੇ ਫਿਰ ਕੰਮ ਚੱਲ ਪੈਂਦਾ, ਫਿਰ ਕਿਸੇ ਨੂੰ ਕੋਈ ਦਿੱਕਤ ਨਹੀਂ। ਤਾਂ ਹੋ ਸਕਦਾ ਆ ਕਿ ਕਿਸੇ ਤਰੀਕੇ ਨਾਲ ਪਰਸਨਲ ਅਸ਼ੋਰੈਂਸ ਅਜੀਤ ਡੋਵਾਲ ਦੀ ਇਸ ਕਿਸਮ ਦੀ ਮਿਲੀ ਹੋਈ ਹੋਵੇ ਕੈਪਟਨ ਅਮਰਿੰਦਰ ਸਿੰਘ ਨੂੰ, ਵੀ ਕੋਈ ਨਹੀਂ, ਜਦ ਤੱਕ ਮੈਂ ਤੇਰੀ ਕੋਈ ਤੈਨੂੰ ਕਿਸੇ ਤੇਰਾ ਵਾਲ ਵਿੰਗਾ ਨਹੀਂ ਹੁੰਦਾ, ਯੂ ਗੋ ਹੈਡ। ਅਤੇ ਇਸ ਕਿਸਮ ਦਾ ਜਿਹੜਾ ਜਨਰਲ, ਇਹ ਹੁਣ ਸਾਰੀਆਂ ਕਿਆਸ ਰਾਈਆਂ ਹੁੰਦੀਆਂ, ਇਹਦੇ 'ਚ ਕੋਈ ਤੁਹਾਨੂੰ ਸਬੂਤ ਜਾਂ ਕੋਈ ਪੁੱਛੇ ਵੀ ਤੁਸੀਂ ਕਿਸ 'ਤੇ ਗੱਲ ਕਰਦੇ ਆ, ਇਹਦੇ ਅੰਦਾਜ਼ੇ ਹੈਗੇ, ਪਰ ਇਸ ਗੱਲ ਦੀ ਕਾਫੀ ਚਰਚਾ ਚੱਲੀ ਰਹਿੰਦੀ। ਹਾਂਜੀ ਚਲੋ ਸਰ, ਅਸੀਂ ਪੱਪੇ ਤੋਂ ਪਾਕਿਸਤਾਨ, ਪੱਪੇ ਤੋਂ ਪੱਤਰਕਾਰ, ਪੱਪੇ ਤੋਂ ਪਿਆਰ ਦੀਆਂ ਗੱਲਾਂ ਤਾਂ ਹੋ ਗਈਆਂ। ਹੁਣ ਕਾਂਗਰਸ ਦੇ ਕੱਕੇ ਕਲੇਸ਼ ਦੀ ਗੱਲ ਕਰਾਂਗੇ। ਕਾਂਗਰਸ ਦੇ ਵਿੱਚ ਇਸ ਵੇਲੇ ਜੋ ਪੰਜਾਬ ਕਾਂਗਰਸ ਦੀ ਗੱਲ ਕਰੀਏ, ਸਭ ਕੁਝ ਠੀਕ ਨਹੀਂ, ਜੋ ਤਸਵੀਰਾਂ ਵੀ ਨਿਕਲ ਕੇ ਸਾਹਮਣੇ ਆ ਰਹੀਆਂ ਨੇ। ਜੋ ਲੋਕ ਪਹਿਲਾਂ ਕੈਪਟਨ ਸਾਹਿਬ ਦੇ ਨਾਲ ਸੱਜੇ ਖੱਬੀ ਬਾਂਹ ਬਣ ਕੇ ਖੜੇ ਨਜ਼ਰ ਆ ਰਹੇ ਸੀ, ਉਹ ਅੱਜ ਬਗਾਵਤ 'ਤੇ ਉਤਰ ਆਏ ਨੇ। ਉਹ ਅੱਜ ਇਨਸਾਫ ਦੀ ਗੱਲ ਕਰ ਰਹੇ ਨੇ, ਗੁਰੂ ਸਾਹਿਬ ਦੀ ਬੇਅਦਬੀ ਦੀ ਹੋਵੇ, ਚਾਹੇ ਜਿਹੜੇ 2 ਸਿੰਘ ਸ਼ਹੀਦ ਹੋਏ ਨੇ ਉਹਨਾਂ ਨੂੰ ਇਨਸਾਫ ਦੀ ਗੱਲ ਹੋਵੇ। ਇਹ ਮੋੜਾ ਪਿਆ ਕਿਵੇਂ? ਦੇਖੋ, ਸਭ ਤੋਂ ਵੱਡਾ ਜਿਹੜਾ ਪਟਾਕਾ ਪਿਆ, ਜਿਹੜਾ ਇਮੀਡੀਏਟ ਜਿਹੜਾ ਵੱਡਾ ਕਾਰਨ ਬਣਿਆ, ਉਹ ਤਾਂ ਬਣਿਆ ਜਦੋਂ ਇਹ ਹਾਈ ਕੋਰਟ 'ਚੋਂ ਹਾਰ ਗਏ ਅਤੇ ਇਹਨਾਂ ਦੀ SIT ਨੂੰ ਅਧੇੜਤਾ ਅਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਰਿਜ਼ਾਈਨ ਕਰ ਗਏ। ਜਾਣੀ ਉਹਦਾ ਰੈਜ਼ੀਗਨੇਸ਼ਨ ਲੈਣਾ ਨਹੀਂ ਸੀ ਚਾਹੀਦਾ। ਹੁਣ ਮੈਨੂੰ ਪਤਾ ਨਹੀਂ ਲੈ ਸਕਦੇ ਸੀ ਨਹੀਂ, ਪਰ ਉਹਨੂੰ ਵਿੱਚ ਰੱਖਣਾ ਚਾਹੀਦਾ ਸੀ। ਉਹ ਆਪਣਾ ਆਜ਼ਾਦ ਹੋ ਗਏ, ਔਰ ਨਾਲੇ ਦੱਸ ਵੀ ਗਏ ਕਿ ਜਿਹੜਾ ਕੇਸ ਹਰਾਉਣ ਵਾਲਿਆਂ ਦੇ ਵਿੱਚ ਕਾਂਗਰਸ ਦੇ AG ਹੈ ਖੁਦ, ਜਦ ਕਿ ਉਹਨੂੰ ਜਾਣਾ ਚਾਹੀਦਾ ਸੀ, ਮੈਨੂੰ ਅਪੀਅਰ ਨਹੀਂ ਹੋਣ ਦਿੱਤਾ। ਜਾਣੀ ਕਿੱਥੇ ਤੇ ਕਾਂਗਰਸ ਨੇ ਉਸ ਸਾਰੇ ਫੈਸਲੇ ਤੋਂ ਬਾਅਦ ਆਪਣੀ ਇਹ ਇਲੈਕਸ਼ਨ ਲੁੱਟਣੀ ਸੀ, ਕਿੱਥੇ ਉਹੀ ਬੰਦੇ ਕੁੰਵਰ ਵਿਜੇ ਪ੍ਰਤਾਪ ਜੀ ਨੂੰ ਲਾਇਆ ਸੀ, ਉਹ ਇਹਨਾਂ ਦੇ ਸਿਰ ਠੀਕਰਾ ਭੰਨ ਕੇ ਤੇ ਆਪ ਨਾਲੇ ਪਰਾਂ ਹੋ ਗਿਆ ਤੇ ਨਾਲੇ ਇਹਨਾਂ ਨੂੰ ਐਨ ਠੰਡੇ ਬਰਫ਼ ਦੇ ਵਿੱਚ ਲਾ ਗਿਆ। ਹੁਣ ਇਹਨਾਂ ਹਾਲਾਤ ਵਿੱਚੋਂ ਉੱਠ ਨਹੀਂ ਪਾ ਰਹੇ। ਇਹੋ ਜਿਹੀ ਉਹਨੇ ਮਾਰੀ ਹੈ ਇੱਕ ਤਗੜੀ ਗੋਡਿਆਂ 'ਤੇ ਥੱਲੇ ਸੁੱਟਦਾ, ਉਹਦੇ 'ਚੋਂ ਕੁਦਰਤੀ ਇੱਕ ਸਨਸਨੀ ਸਾਰੀ ਪਾਸੇ ਸਨਾਟਾ ਫੈਲ ਗਿਆ ਵੀ ਅਸੀਂ ਤਾਂ ਬੜੀ ਦੇਰ ਦੇ ਕਹਿੰਦੇ, ਕਈਆਂ ਨੇ ਗੁੱਸੇ 'ਚ, ਕਈਆਂ ਨੇ ਪੋਲੀਟੀਕਲ ਕੈਲਕੂਲੇਸ਼ਨ 'ਚ ਇਹ ਸਮਝ ਲਿਆ ਕਿ ਹੁਣ ਮੌਕਾ ਜੋ ਅਜੇ ਤੱਕ ਤੁਸੀਂ ਨਹੀਂ ਸੀ ਮੂੰਹ ਖੋਲ੍ਹਦੇ, ਨਾਲੇ ਹੁਣ ਇਲੈਕਸ਼ਨਾਂ ਸਿਰੇ 'ਤੇ ਆਈਆਂ, ਹੁਣ ਕਿਹੜੀਆਂ ਬਾਈ ਇਲੈਕਸ਼ਨ ਹੋਣੀਆਂ, ਚੱਕ ਦਿਓ ਕੰਮ ਨੂੰ। ਹੁਣ ਬਹੁਤੇ ਬੰਦੇ ਤਾਂ ਇਸ ਕਰਕੇ ਵੀ ਲੱਗੇ ਆ ਕਿ ਇਹ ਬੁੱਢੇ ਸ਼ੇਰ ਨੂੰ, ਕੈਪਟਨ ਸਾਹਿਬ ਨੂੰ ਪਰਾਂ ਕਰੋ, ਇਹਨਾਂ ਨੂੰ ਹੁਣ ਪੈਨਸ਼ਨ 'ਤੇ ਭੇਜੋ ਕੈਪਟਨ ਸਾਹਿਬ ਨੂੰ, ਅਤੇ ਆਪਾਂ ਹੁਣ ਰਾਜ ਕਰੀਏ, ਹੁਣ ਸਾਡਾ ਵੇਲਾ ਆਇਆ। ਅਸੀਂ ਉਹ ਕਹਿੰਦੇ ਪੈਨਸ਼ਨ ਤਾਂ ਹਾਲੇ ਲੈਣੀ ਨਹੀਂ, ਮੈਂ ਉਹ ਅਗਲੀ ਵਾਰੀ ਵੀ ਤਿਆਰੀ ਖਿੱਚੀ ਬੈਠੇ ਨੇ। ਲੇਕਿਨ ਜਿਵੇਂ ਚੰਨੀ ਹੋਣਾ ਨੇ ਵੀ ਇੱਕ ਫਰੇਮ ਲਾਇਆ ਸੀ ਕੈਪਟਨ ਸਾਹਿਬ ਦਾ, ਜਦੋਂ ਗੱਲਬਾਤ ਹੋਈ ਹੈ, ਮੁੱਦਾ ਚੇਅਰਪਰਸਨ ਮੈਡਮ ਨੇ ਦੁਬਾਰਾ ਚੁੱਕਿਆ, ਮਹਿਲਾ ਕਮਿਸ਼ਨ ਵਾਲੇ ਨੇ, ਉਹਨਾਂ ਨੇ ਉਹ ਫਰੇਮ ਕੈਪਟਨ ਸਾਹਿਬ ਵਾਲਾ ਹਟਾਤਾ ਹੈ, ਅਤੇ ਉਹ ਵੀ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਨੇ। ਦੂਜੇ ਪਾਸੇ ਮੀਟਿੰਗ ਹੁੰਦੀ ਹੈ ਚੰਨੀ ਸਾਹਿਬ ਦੇ ਘਰੇ, ਪ੍ਰਤਾਪ ਸਿੰਘ ਬਾਜਵਾ ਵੀ ਪਹੁੰਚਦੇ ਨੇ, ਪ੍ਰਗਟ ਸਿੰਘ ਹੋਣੀ ਪਹੁੰਚਦੇ ਨੇ, ਸੁਖਜਿੰਦਰ ਰੰਧਾਵਾ ਹੋਣੀ ਵੀ ਜੋ ਨੇ ਉਹ ਵੀ ਇੱਕ ਵਾਰ ਆ ਕੇ ਉੱਥੇ ਮੁਲਾਕਾਤ ਕਰਕੇ ਗਏ ਨੇ। ਅਤੇ ਹੋ ਕੀ ਰਿਹਾ ਹੈ ਹੁਣ? ਮਤਲਬ ਕਿ ਇੱਕ ਪਾਸੇ ਨਵਜੋਤ ਸਿੰਘ ਸਿੱਧੂ ਇਕੱਲੇ ਲੱਗੇ ਹੋਏ ਨੇ, ਪ੍ਰਗਟ ਸਿੰਘ ਹਾਲਾਂਕਿ ਸਾਥ ਦੇ ਰਹੇ ਨੇ, ਦੂਜੇ ਪਾਸੇ ਚੰਨੀ ਹੋਣਾ ਤਾਂ ਹੁਣ ਜਿਹੜਾ ਅਲੱਗ ਸੁਰ ਅਖਤਿਆਰ ਕਰਨਾ। ਦੇਖੋ, ਇਹ ਹੈਗੀ ਹੈ ਸੱਤਾ ਦੀਆਂ ਗੇਮਾਂ ਕਿ ਉੱਤਰ ਕਾਂਟੋ ਮੈਂ ਚੜਾ। ਹੁਣ ਇਹਨਾਂ ਨੂੰ ਐਂ ਲੱਗਦਾ ਕਾਂਗਰਸ ਵਾਲਿਆਂ ਨੂੰ ਕਿ ਬਿਨਾਂ ਕੁਛ ਪੰਜਾਬ ਲਈ ਕੀਤਿਆਂ ਇਹ ਦੁਬਾਰਾ ਲੋਕ ਤਿਆਰ ਹੀ ਬੈਠੇ ਆ ਇਹਨਾਂ ਨੂੰ ਤਾਜਪੋਸ਼ੀ ਕਰਨ ਲਈ, ਜਿਹੜੀ ਕਿ ਮੇਰਾ ਖਿਆਲ ਕਿਸੇ ਭੁਲੇਖੇ 'ਚ ਹੈ, ਜਿਹਨੂੰ ਡਰੀਮ ਵਾਕ ਜਾਂ ਇੰਝ ਕਹਿ ਲਓ, ਉਹਦੇ ਵਿੱਚ ਸੁਪਨੇ ਲੈ ਰਹੇ ਆ। ਇਸ ਤੋਂ ਇਹਨਾਂ ਨੂੰ ਬਾਹਰ ਆਉਣਾ ਚਾਹੀਦਾ, ਔਰ ਆ ਕੇ ਜਿਹੜੀ ਧਰਾਤਲ 'ਤੇ ਲੋਕ ਜਿਸ ਕਰਲਾਹਟ 'ਤੇ ਜੋ ਲੋਕਾਂ ਦੀ ਆਹਤ ਹੋਏ ਲੋਕ ਆ, ਜੇ ਉਹਨਾਂ ਦਾ ਦੁੱਖ ਅੱਜ ਨਹੀਂ ਸੁਣਨਗੇ ਤਾਂ ਲੋਕ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਣਗੇ, ਮੁਹੱਲਿਆਂ 'ਚ ਨਹੀਂ ਵੜਨ ਦੇਣਗੇ। ਕਿਸਾਨਾਂ ਨੇ ਇਹਨਾਂ ਨੂੰ ਪਹਿਲਾ ਝਟਕਾ ਦਿੱਤਾ, ਉਹਦੇ ਤੋਂ ਸਿੱਖ ਨਹੀਂ ਰਹੇ। ਕਿਸਾਨਾਂ ਨੇ ਇਹਨਾਂ ਨੂੰ ਸਟੇਜ ਦੇ ਲਾਗੇ ਨਹੀਂ ਫਟਕਣ ਦਿੱਤਾ। ਐਡੀ ਵੱਡੀ ਇਤਿਹਾਸਿਕ ਮੂਵਮੈਂਟ ਹੋਵੇ ਔਰ ਇਹਨਾਂ ਨੂੰ ਸਾਰੇ ਰਾਜਨੀਤਿਕ ਲੀਡਰਾਂ ਨੂੰ ਬਾਹਰ ਰੱਖਿਆ ਜਾਏ, ਇਹਨਾਂ ਨੂੰ ਸਬਕ ਨਹੀਂ ਸਿੱਖਣਾ ਚਾਹੀਦਾ? ਇਹ ਅਜੇ ਵੀ ਨਹੀਂ ਸਿੱਖ ਰਹੇ। ਲੋਕ ਕੀ ਕਰ ਰਹੇ, ਲੋਕਾਂ ਦੀਆਂ ਲੋੜਾਂ ਕੀ ਆ, ਘਰ ਘਰ ਕਰੋਨਾ ਪਿੰਡੋ ਪਿੰਡੀ ਜਾ ਵੜਿਆ। ਤੁਸੀਂ ਕਿਸੇ ਪਾਸੇ ਉਹਨਾਂ ਦਾ ਧਿਆਨ ਦੇਣ ਲਈ ਜਾਂ ਤੁਸੀਂ ਕਿਸਾਨਾਂ ਦੇ ਮੁੱਦੇ ਦੇ ਉੱਤੇ ਕੋਈ ਦਬਾਅ ਪਾ ਕੇ ਉਹਨਾਂ ਦਾ ਫੈਸਲਾ ਕਰਾਉਣ ਦੀ ਜਗ੍ਹਾ, ਕਿਉਂਕਿ ਉਹ ਘਰੋਂ ਘਰੀ ਵਾਪਸ ਆਉਣ, ਹੋਰ 26 ਤਰੀਕ ਨੂੰ ਕੁਝ ਦਿਨਾਂ ਤੱਕ, 4 ਦਿਨਾਂ ਤੱਕ, 6 ਮਹੀਨੇ ਦਿੱਲੀ ਬੈਠਿਆਂ ਨੂੰ ਹੋ ਜਾਣੇ, ਥੋੜ੍ਹਾ ਟਾਈਮ ਨਹੀਂ ਹੈਗਾ। ਅਤੇ ਤੁਸੀਂ ਉਹਦੇ 'ਤੇ ਨਹੀਂ ਸੋਚ ਰਹੇ। ਤੁਸੀਂ ਆਪਸ ਵਿੱਚ ਸਾਰਿਆਂ ਨੇ ਕਾਟੋ ਕਲੇਸ਼ ਪਾ ਲਿਆ ਕਿ ਕੈਪਟਨ ਪਰਾਂ ਹੋਏ, ਮੈਨੂੰ ਬਣਾਓ, ਮੈਨੂੰ ਬਣਾਓ, ਮੈਨੂੰ ਬਣਾਓ, ਸੋਧਿਆਂ ਵਾਂਗੂ।
ਇਹਦੇ 'ਚੋਂ ਕੁਛ ਕੁ ਬੰਦਿਆਂ ਦੇ ਜਿਹੜੇ ਕਾਂਗਰਸ ਦੇ ਸਾਰੇ ਹੈ, ਜਿਨ੍ਹਾਂ ਦੇ ਨਾਂ ਰੰਧਾਵਾ, ਚੰਨੀ ਜਾਂ ਹੋਰ ਪ੍ਰਤਾਪ ਬਾਜਵਾ ਹੈ, ਹੋਰ ਵੀ ਹੈ, ਤੇ ਹਾਂ ਸ਼ਮਸ਼ੇਰ ਸਿੰਘ ਦੂਲੋ ਵੀ ਵਿੱਚ ਤੀਰ ਮਾਰਦੇ ਆ। ਇਹ ਸਾਰੇ ਜਿਹੜੇ ਮਿਲਾ ਕੇ ਇਹਨਾਂ 'ਚੋਂ ਜਿਹੜੇ ਦੋ ਬੰਦੇ ਉਹ ਅਲੱਗ ਹੈਗੇ ਆ, ਪ੍ਰਗਟ ਸਿੰਘ ਤੇ ਇਹ ਦੋਵੇਂ ਜਿਹੜੇ ਨਵਜੋਤ ਸਿੰਘ ਸਿੱਧੂ। ਇਹ ਮੈਂ ਕਿਉਂ ਅਲੱਗ ਕਹਿਣਾ, ਇਹ ਬੇਸਿਕਲੀ ਖਿਡਾਰੀ ਆ, ਪੋਲੀਟਿਕਸ ਇਹਨਾਂ ਦਾ ਪ੍ਰੋਫੈਸ਼ਨ ਨਹੀਂ, ਨਾ ਇਹ ਬਹੁਤੇ ਉਸ ਕਿਸਮ ਦੇ ਦਾਅ ਪੇਚ ਜਾਣਦੇ ਆ। ਇਹਨਾਂ ਨੇ ਤੇ ਆ ਗਿਆ ਵੀ ਟੀਮ ਹੋਣੀ ਚਾਹੀਦੀ ਆ, ਕੋਆਰਡੀਨੇਸ਼ਨ ਹੋਵੇ, ਠਾ ਜਾਣੀ ਗੋਲ ਕਰਤਾ ਜਾਂ ਮਾਰਿਆ ਸਿਕਸਰ 'ਚ। ਇਹ ਲੋਕਾਂ 'ਤੇ ਵਿਸ਼ਵਾਸ ਕਰਕੇ ਚੱਲਦੇ ਆ ਅਤੇ ਲੋਕਾਂ ਲਈ ਕੁਛ ਜੋ ਮੈਨੂੰ ਲੱਗ ਰਿਹਾ ਉਹਨਾਂ ਦੀਆਂ ਗੱਲਾਂ ਬਾਤਾਂ ਤੋਂ ਸ਼ਾਇਦ ਜੇ ਮੌਕਾ ਮਿਲੇ ਤਾਂ ਕੁਛ ਕਰਨ ਵੀ, ਹਾਲਾਂਕਿ ਕੀਤਿਆਂ ਤੋਂ ਬਾਅਦ ਹੀ ਕੁਛ ਕਵਾਂਗੇ, ਪਰ ਉਹਨਾਂ ਦੇ ਮੜੰਗੇ ਤੋਂ, ਉਹਨਾਂ ਦੀ ਸੋਚ ਤੋਂ, ਉਹਨਾਂ ਦੇ ਪਿਓਤੜਿਆਂ ਤੋਂ ਜੋ ਲੱਗਦਾ ਕਿ ਉਹ ਕੁਛ ਨਾ ਕੁਛ ਕਰਨਾ ਜ਼ਰੂਰ ਚਾਹੁੰਦੇ, ਕੁਛ ਨਾ ਕੁਛ ਕਰਨਾ ਜ਼ਰੂਰ ਚਾਹੁੰਦੇ ਨੇ। ਇਹ ਗੱਲਾਂ ਕਾਫੀ ਦੇਰ ਦੀਆਂ ਚੱਲ ਰਹੀਆਂ ਨੇ। ਚਰਚਾ ਜਦੋਂ ਕੈਬਨਿਟ ਮੀਟਿੰਗ ਦੇ ਵਿੱਚ ਸੁਨੀਲ ਜਾਖੜ ਉਹਨਾਂ ਨੇ ਅਸਤੀਫੇ ਦੀ ਪੇਸ਼ਕਸ਼ ਕੀਤੀ ਹੈ, ਸੁਖਜਿੰਦਰ ਰੰਧਾਵਾ ਨੇ ਕੀਤੀ ਹੈ। ਉਸ ਤੋਂ ਬਾਅਦ ਕਹਿੰਦੇ ਸੁਖਜਿੰਦਰ ਰੰਧਾਵਾ ਦਾ ਕੋਲ ਰੱਖ ਲਿਆ, ਸੁਨੀਲ ਜਾਖੜ ਦਾ ਅਸਤੀਫਾ ਫਾੜਤਾ ਉਹਨਾਂ ਨੇ, ਕੈਪਟਨ ਸਾਹਿਬ ਨੇ। ਉਸ ਤੋਂ ਬਾਅਦ ਕਿਤੇ ਕੈਪਟਨ ਸਾਹਿਬ ਦੇ ਸੁਰ ਦੇ ਨਾਲ ਸੁਰ ਮਿਲਾਉਂਦੇ ਨਜ਼ਰ ਆ ਰਹੇ ਨੇ ਸੁਨੀਲ ਜਾਖੜ। ਕਿਤੇ ਐਂ ਤਾਂ ਨਹੀਂ ਕਿ ਚਰਚਾ ਉੱਡੀ ਸੀ ਵੀ ਜਿਹੜੀ ਪ੍ਰਧਾਨਗੀ ਹੈਗੀ ਹੈ ਨਵਜੋਤ ਸਿੰਘ ਸਿੱਧੂ ਨੂੰ ਦਿੱਤੀ ਜਾਵੇ, ਇਸ ਕਰਕੇ ਸੁਨੀਲ ਜਾਖੜ ਸਾਹਿਬ ਨੇ ਵਾਪਸ ਜਾ ਕੇ ਕੈਪਟਨ ਵਾਲਾ ਪਰਲਾ ਫੜ ਲਿਆ? ਦੇਖੋ ਇਹ ਤਾਂ ਗੱਲ ਹੈ ਕਿ ਜਿਹੜਾ ਸੁਨੀਲ ਜਾਖੜ ਉਹਨਾਂ ਨੇ ਆਪਣੀ ਪੋਜੀਸ਼ਨ ਰਿਜ਼ਰਵ ਜੀ ਰੱਖੀ ਆ। ਕੋਈ ਗੱਲ ਇੱਕ ਦਿਨ ਮਾੜੀ ਜੀ ਚੱਲੀ ਸੀ ਕਿ ਉਹਨਾਂ ਨੇ ਵੀ ਆਪਣਾ ਸ਼ਾਇਦ ਫੇਸਬੁੱਕ ਤੋਂ ਜਾਂ ਸੋਸ਼ਲ ਮੀਡੀਆ 'ਤੇ ਜਿਹੜਾ ਕੋਈ ਪੇਜ ਲਾਇਆ ਹੁੰਦਾ, ਫੋਟੋ ਇਹਨਾਂ ਦੀ ਲਾਈ ਸੀ, ਉਹ ਹਟਾਤਾ ਅਤੇ ਹੁਣ ਕੋਈ ਹੋਰ ਸੈਂਟਰ ਦਾ ਲਾਤਾ ਲਾ ਕੇ। ਅਤੇ ਉਹ ਇੰਨੀਆਂ ਇੱਥੋਂ ਲੋਕ ਕਿਆ ਸਰਾਈਆਂ ਲਾਉਂਦੇ ਰਹਿੰਦੇ ਆ, ਥੋੜ੍ਹਾ ਜਿਹਾ ਲੋਕਾਂ ਨੂੰ ਵੀ ਚੁਸਕੀਆਂ ਲੈਣ ਦਾ ਕਿ ਹੁਣ ਕੀ ਹੋਇਆ, ਹੁਣ ਕੀ ਹੋਇਆ। ਪਰ ਸੁਨੀਲ ਜਾਖੜ ਨੇ ਐਜ਼ ਏ ਪ੍ਰਧਾਨ ਜੋ ਉਹਦਾ ਬਣਦਾ ਇੱਕ ਸੂਬੇ ਦੇ ਪ੍ਰਧਾਨ ਦਾ, ਉਂਝ ਦਾ ਹੀ ਸਟੈਂਡ ਜ਼ਿਆਦਾਤਰ, ਕੋਈ ਨਾ ਕੋਈ ਧੜੇ 'ਚ ਕਿਸੇ 'ਚ ਗਏ ਨਹੀਂ। ਇਹ ਚਰਚਾ ਬੜੀ ਚੱਲੀ ਹੋਈ ਆ ਕਿ ਉਹਨਾਂ ਨੂੰ ਹਟਾਉਣਾ ਅਤੇ ਨਵੇਂ ਕਿਸੇ ਨੂੰ ਬਣਾਉਣਾ, ਸ਼ਾਇਦ ਉਹਨਾਂ ਨੂੰ ਸੈਂਟਰ ਦੇ ਵਿੱਚ ਕੋਈ ਨਾ ਹੋਰ ਭਰੋਸਾ ਦੇ ਦੇਣ। ਹੁਣ ਇਹ ਜਿਹੜੀ ਸਾਰੀ ਹਾਲਾਤ ਪੰਜਾਬ ਦੀ ਬਣੀ ਹੈ, ਫਿਰ ਪੰਜਾਬ ਪ੍ਰਦੇਸ਼ ਕਾਂਗਰਸ ਦੀ, ਇਹ ਕੈਪਟਨ ਸਾਹਿਬ ਦੀਆਂ ਆਪਣੀਆਂ ਨਾਕਾਮੀਆਂ ਤਾਂ ਹੈ ਹੀ ਹੈ, ਕਿਉਂਕਿ ਉਹ ਪੀਕੇ ਨੂੰ ਫੜ ਕੇ ਲੈ ਆਉਂਦੇ ਆ, ਪ੍ਰਸ਼ਾਂਤ ਕਿਸ਼ੋਰ ਨੂੰ ਉਹ ਪ੍ਰੋਗਰਾਮ ਬਣਾ ਦੇਣਾ, ਪਾਰਟੀ ਨੂੰ ਇੱਕ ਪਾਸੇ ਰੱਖਤਾ। ਪਾਰਟੀਆਂ ਜਦ ਖੁਦ ਕਾਡਰ 'ਤੇ ਭਰੋਸਾ ਨਹੀਂ ਰਹੂ, ਪਾਰਟੀ 'ਤੇ ਭਰੋਸਾ ਨਹੀਂ ਰਹੂ, ਆਪਣੇ ਕੰਮਾਂ 'ਤੇ ਸਰਕਾਰ 'ਤੇ ਭਰੋਸਾ ਨਹੀਂ ਰਹੂ, ਅਤੇ ਪੀਕੇ 'ਤੇ ਭਰੋਸਾ ਹੋਊ ਵੀ ਉਹ ਕੰਮ ਕਰੂਗਾ, ਸਾਡਾ ਬੇੜਾ ਪਾਰ ਲਾਊ। ਇਹ ਮਾੜੀਆਂ ਗੱਲਾਂ, ਇਹ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਲੋਕਤੰਤਰ ਨੂੰ ਸੂਟ ਨਹੀਂ ਕਰਦੀਆਂ। ਔਰ ਇਸ ਗੱਲ ਦਾ ਤੁਰੰਤ ਸੰਗਿਆਨ ਲੈ ਕੇ, ਨੋਟਿਸ ਲੈ ਕੇ ਜਿਹੜਾ ਇਲੈਕਸ਼ਨ ਕਮਿਸ਼ਨ ਹੈ, ਸਾਰੇ ਕੰਮ ਬੈਨ ਕਰਨੇ ਚਾਹੀਦੇ ਆ। ਨਾ ਧਰਮ ਦੀ ਵਰਤੋਂ ਹੋਣੀ ਚਾਹੀਦੀ ਹੈ, ਜਿਵੇਂ ਹੁਣ ਕਿਵੇਂ ਸ਼ਰੇਆਮ ਜੈ ਸ਼੍ਰੀ ਰਾਮ ਜਾਂ ਇਸ ਕਿਸਮ ਦਾ ਉੱਥੇ ਮੋਦੀ ਨੇ ਕਲਕੱਤੇ ਦੀਆਂ ਗਲੀਆਂ ਦੇ ਵਿੱਚ ਕਿਵੇਂ ਇਹ ਸਾਰਾ ਧਰਮ ਦੀ ਵਰਤੋਂ ਹੁੰਦੀ, ਹੁਣ ਵੀ ਹੋ ਰਹੀ ਆ। ਅੱਜ ਹੁਣ ਫਿਰ ਅਰਦਾਸ ਹੋ ਗਈ, ਇੱਕ ਵੀਡੀਓ ਆ ਗਈ, ਇਹ ਧਰਮ ਦੀ ਵਰਤੋਂ ਨਹੀਂ ਹੈ। ਅਰਦਾਸ ਤੋਂ ਬਾਅਦ ਤਾਂ ਕਹਿੰਦੇ ਆ ਕਿ ਰਾਮ ਰਹੀਮ ਦਾ ਹੁਣ ਪੈਰੋਲ 'ਤੇ ਵੀ ਆ ਗਿਆ ਜੀ, ਬਿਲਕੁਲ ਆ ਗਏ ਆ 48 ਘੰਟੇ 'ਤੇ। ਅਤੇ ਇਸ ਲਈ ਇਹ ਸਾਰੇ ਕੰਮ ਜਿਹੜੇ ਜਾਤੀਗਤ ਜਿਹੜੇ ਵੰਡੀਆਂ ਪਾਉਣੀਆਂ ਜਾਂ ਧਰਮ ਦੇ ਨਾਂ 'ਤੇ ਵੰਡੀਆਂ ਪਾਉਣੀਆਂ, ਇਹ ਸਾਰਾ ਕੁਝ ਕਾਫੀ ਕੁਝ ਚੱਲ ਰਿਹਾ। ਇਲੈਕਸ਼ਨ ਕਮਿਸ਼ਨ ਨੂੰ ਇਹੋ ਜਿਹੀਆਂ ਜਿਹੜੀਆਂ ਸਾਰੀਆਂ ਸਾਡੀਆਂ ਕੁਰੀਤੀਆਂ ਅਤੇ ਕਮੀਆਂ ਅਤੇ ਖਾਮੀਆਂ ਆ ਰਹੀਆਂ, ਉਹ ਕਿਉਂ, ਉਹਨੂੰ ਕਾਹਦੇ ਲਈ, ਉਹ ਤਨਖਾਹਾਂ ਲੈਣ ਲਈ ਬੈਠੇ ਉੱਥੇ? ਐਡੀ ਸਾਰੀ ਬਿਲਡਿੰਗ ਆ, ਪੂਰਾ ਇੱਕ ਜਾ ਕੇ ਦੇਖੋ ਤਾਂ ਇਲੈਕਸ਼ਨ ਕਮਿਸ਼ਨ ਦੀ ਕਿੱਡੀ ਵੱਡੀ ਬਿਲਡਿੰਗ ਆ, ਐਡਾ ਪੈਰਾਫਰਨੇਲੀਆ, ਦੇਸ਼ ਦਾ ਪੈਸਾ ਖਾਈ ਜਾਂਦੇ ਆ, ਕਰਦੇ ਕੁਛ ਨਹੀਂ। ਔਰ ਮੋਦੀ ਦੇ ਮੂੰਹ ਵੱਲ ਦੇਖਦੇ ਆ, ਜਾਂ ਜਿਹੜਾ ਵੀ ਹਾਕਮ ਹੋਵੇ, ਪਹਿਲਾਂ ਰਾਜੀਵ ਗਾਂਧੀ ਜਾਂ ਹੋਰਨਾਂ ਦੇ ਮੂੰਹ ਵੱਲ, ਮਨਮੋਹਨ ਸਿੰਘ ਦੇ ਮੂੰਹ ਵੱਲ ਦੇਖਦੇ ਹੋਣਗੇ। ਇਹ ਕੰਮ ਬੰਦ ਹੋਣੇ ਚਾਹੀਦੇ, ਇਲੈਕਸ਼ਨ ਦਾ ਸੁਧਾਰ ਹੋਣਾ ਚਾਹੀਦਾ। ਇਹ ਕੰਮ ਬਹੁਤ ਅਖੀਰ 'ਤੇ ਚਲਾ ਗਿਆ। ਇਹਨਾਂ ਹਾਲਾਤਾਂ 'ਚ ਜਦੋਂ ਕਾਂਗਰਸ ਦਾ ਸੈਂਟਰ ਦੇ ਵਿੱਚ ਕੋਈ ਕੰਟਰੋਲ ਨਾ ਰਿਹਾ ਹੋਵੇ, ਕੋਈ ਪ੍ਰਧਾਨ ਹੀ ਨਾ ਹੋਵੇ, ਉਹ ਗੱਡੀ ਕਾਹਦੀ ਜਿਹਦਾ ਇੰਜਣ ਹੀ ਨਾ ਹੋਵੇ, ਇਹ ਕੰਮ ਚੱਲਿਆ, ਉਹਦੇ ਕਰਕੇ ਆ ਥੱਲੇ ਰੌਲੇ ਪਏ ਹੋਇਆ। ਥੱਲੇ ਹੁਣ ਇਹ ਜਿਹੜੇ ਚਾਹੁੰਦੇ, ਮੈਂ ਜਿਹੜੀ ਗੱਲ ਕਹਿਣੀ ਚਾਹੁੰਦਾ ਸੀਗਾ ਕਿ ਬਾਕੀ ਤਾਂ ਸਾਰੇ ਉਛਲ ਕੁੱਦੀਆਂ ਮਾਰ ਕੇ ਹੈ ਨਾ, ਬਾਜਵਾ ਆ ਹੋ ਰਿਹਾ, ਉਹ ਵਿੱਚੇ ਰਹਿਣਗੇ, ਉਹ ਛੱਡਣਗੇ ਨਹੀਂ, ਕਿਉਂਕਿ ਉਹਨਾਂ ਦਾ ਨਾਂ ਇੱਥੇ ਹੀ ਹੈ, ਉਹ ਕਿਤੇ ਜਾ ਵੀ ਨਹੀਂ ਸਕਦੇ, ਉਹਨਾਂ ਨੂੰ ਫਾਇਦਾ ਵੀ ਨਹੀਂ ਜਾਣ 'ਚ, ਇਸ ਕਰਕੇ ਨਹੀਂ ਜਾਣਗੇ। ਜੇ ਕੋਈ ਫਾਇਦਾ ਹੋ ਜੇ, ਕੋਈ ਸੈਂਟਰ 'ਚ ਵੱਡੀ ਮਿਨਿਸਟਰੀ ਮਿਲ ਜੇ ਤੇ ਫੜ ਦੇਣੀ ਕਾਂਗਰਸ, ਛੱਡ ਦੇਣਗੇ, ਜੇ ਕਿਤੇ ਹੋਰ ਮਿਲੇ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਇੱਕ ਮੀਟਿੰਗ ਵੀ ਢੀਂਡਸਾ ਸਾਹਿਬ ਨਾਲ ਕੀਤੀ ਹੈ ਇਹਨਾਂ ਨੇ, ਬਾਜਵਾ ਸਾਹਿਬ ਨੇ। ਚਲੋ ਉਹ ਤਾਂ ਢੀਂਡਸਾ ਸਾਹਿਬ ਹੋਣੀ ਕੋਈ ਸਹਾਰਾ ਲੱਭਦੇ ਫਿਰਦੇ ਆ ਵੀ ਇੱਧਰ ਉੱਧਰ, ਉਹਨਾਂ ਨੇ ਵੀ ਐਵੇਂ ਬੇਮੌਕੇ 'ਤੇ ਇਹੋ ਜਿਹਾ ਕੰਮ ਜਿਹਾ ਕਰ ਲਿਆ। ਪਾਰਟੀ ਬਣਾਉਣ ਦਾ ਚਾਅ ਬੜਾ ਹੁੰਦਾ, ਪਰ ਉਹ ਚੱਲਦੀ ਨਹੀਂ ਹੁੰਦੀ, ਉਹ ਬੜਾ ਔਖਾ। ਤੁਹਾਡੇ 5-6 ਦੇ ਅਕਾਲੀ ਦਲ ਹੈ ਹੀ ਆ, ਉਹਦੇ 'ਚ ਇੱਕ ਹੋਰ ਬਣ ਗਿਆ। 3 ਰੂਪ ਤਾਂ ਇਹਨਾਂ ਨੇ ਬਦਲੇ ਆ 6 ਮਹੀਨਿਆਂ 6 'ਚ, ਪਿਛਲਿਆਂ 'ਚ ਕਿੰਨੇ ਰੂਪ ਬਦਲੇ ਆ। ਕਦੀ ਕਹਿੰਦੇ ਮੈਂ ਚੀਫ ਮਿਨਿਸਟਰ ਦੀ ਨਹੀਂ, ਕਦੀ ਚੋਣ ਨਹੀਂ ਲੜੂੰਗਾ, ਕਦੀ ਮੈਂ SGPC ਜਾਊਂਗਾ, ਫਿਰ ਡੈਮੋਕ੍ਰੇਟਿਕ ਬਣ ਗਿਆ, ਉੱਧਰ ਟਕਸਾਲੀ ਬਣ ਗਿਆ, ਫਿਰ ਉਹਨਾਂ ਦਾ ਹਾਈਬ੍ਰਿਡ ਹੋ ਗਿਆ, ਜਿਵੇਂ ਹਾਈਬ੍ਰਿਡ ਮੱਕੀ ਹੁੰਦੀ ਆ, ਫਿਰ ਹੁਣ ਇਕੱਠਾ ਕਰ ਲਿਆ, ਮਤਲਬ ਕੀ ਸੰਯੁਕਤ ਹੋ ਗਿਆ ਜੀ। ਹੁਣ ਇਹ ਸੰਯੁਕਤ ਕੀ ਹੋਣਾ, 2 ਬੰਦੇ ਆ,
ਸੰਯੁਕਤ ਕਹਿ ਲਓ ਜਾਂ ਜੋ ਮਰਜ਼ੀ ਕਹਿ ਲਓ ਤੁਸੀਂ। ਇਸ ਤਰ੍ਹਾਂ ਨਹੀਂ ਪਾਰਟੀਆਂ ਚੱਲਦੀਆਂ। ਥੱਲੇ ਤੁਸੀਂ ਗਰਾਊਂਡ ਵਰਕ ਆਪਣਾ, ਤੁਸੀਂ 1 ਲੱਖ ਬੰਦੇ ਦੀ ਰੈਲੀ ਕਰੋ, ਉਹਨਾਂ ਤੋਂ ਇਜਾਜ਼ਤ ਲਓ ਵੀ ਅਸੀਂ ਇਕੱਠੇ ਹੋਣੇ ਚਾਹੁੰਦੇ, ਜਿਹੜਾ ਸਰਬੱਤ ਖਾਲਸਾ ਸਾਡਾ ਜਿਵੇਂ ਹੁੰਦਾ, ਲੱਖ ਬੰਦੇ ਦੀ ਰੈਲੀ ਹੋਵੇ, ਉੱਥੇ ਬੰਦੇ ਅਲੀ ਅਲੀ ਕਰਦੇ ਕਹਿਣ ਉਹ ਬੁੱਲੇ ਸੌ ਨਿਹਾਲ ਸਤਿ ਸ੍ਰੀ ਅਕਾਲ ਨਵਾਂ ਅਕਾਲੀ ਦਲ। ਕੁਛ ਲੋਕਾਂ ਨੂੰ ਪਤਾ ਲੱਗੇ ਕਿ ਇਹਨਾਂ ਦੇ ਅੱਲੇ ਪੱਲੇ ਕੁਛ ਦਮ ਹੈ। ਹੁਣ ਉਹ ਗੱਲ ਲੱਗ ਗਿਆ ਕਿ ਹਜੇ ਰੈਲੀਆਂ ਹੋ ਨਹੀਂ ਸਕਦੀਆਂ ਕਰੋਨਾ ਕਰਕੇ, ਉਹ ਨਹੀਂ ਕਰ ਸਕਦੇ। ਸਰ ਪਰ ਇਹ ਤਰੀਕਾ ਨਹੀਂ ਠੀਕ। ਇੱਕ ਪਾਸੇ ਨਵਜੋਤ ਸਿੰਘ ਸਿੱਧੂ ਹੁਣਾਂ ਨੂੰ ਲੈ ਕੇ ਬੜੀਆਂ ਚਰਚਾਵਾਂ ਨੇ, ਰੋਜ਼ਾਨਾ ਟਵਿੱਟਰ ਤੇ ਵੀ ਬੰਬ ਗੇਰਦੇ ਨੇ, ਫੇਸਬੁੱਕ ਤੇ ਵੀ ਬੰਬ ਗੇਰਦੇ ਨੇ। ਉਹ ਕਈ ਲੋਕ ਕਹਿ ਰਹੇ ਨੇ ਵੀ ਨਵਜੋਤ ਸਿੰਘ ਸਿੱਧੂ ਨੂੰ ਹੁਣ ਐਜ਼ ਅ CM ਪ੍ਰੋਜੈਕਟ ਕੀਤਾ ਜਾਵੇ, ਕਈ ਕਹਿੰਦੇ ਨੇ ਉਹ ਕੁਰਸੀ ਤੇ ਭੁੱਖੇ ਨੇ। ਰਵਨੀਤ ਬਿੱਟੂ ਕਹਿੰਦੇ ਨੇ CM ਤਾਂ ਛੱਡੋ, ਅਸੀਂ ਨਵਜੋਤ ਸਿੰਘ ਸਿੱਧੂ ਨੂੰ ਤਾਂ ਪ੍ਰਧਾਨ ਨਹੀਂ ਬਣਨ ਦਿਆਂਗੇ। ਇੱਕ ਨਵੀਂ ਟੁਕੜੀ ਕੀ ਵੱਜ ਰਹੀ ਹੈ। ਦੇਖੋ, ਜੇ ਕਿਸੇ ਨੂੰ ਭੁੱਖ ਨਹੀਂ ਹੋਊਗੀ ਤਾਂ ਕੰਮ ਕਰੂਗਾ ਬੰਦਾ। ਕੰਮ ਕਿਉਂ ਕਰਦਾ? ਭੁੱਖ ਲੱਗਦੀ ਹੈ ਤਾਂ ਹੀ ਕੰਮ ਕਰਦਾ। ਅਤੇ ਕੁਰਸੀ 'ਤੇ ਭੁੱਖੇ ਹੋਣਾ ਜਾਂ ਭੋਖੜਾ ਹੋਣਾ ਅਲੱਗ ਗੱਲ ਆ। ਵੀ ਜੇ ਤੁਸੀਂ ਚਾਹੁੰਦੇ ਆ ਕਿ ਮੇਰੇ ਕੋਲੋਂ ਜੇ ਦਮਖਮ ਹੋਵੇ, ਜੇ ਮੈਨੂੰ ਕਦੀ ਚੀਫ ਮਿਨਿਸਟਰ ਦਾ ਮੌਕਾ ਮਿਲੇ ਤਾਂ ਮੈਂ ਕੋਈ ਸੇਵਾ ਕਰਾਂ, ਅਤੇ ਉਹ ਤਾਂ ਕੋਈ ਮਾੜੀ ਗੱਲ ਨਹੀਂ। ਪਰ ਜੇ ਭੋਖੜਾ ਲੱਗਾ ਹੋਵੇ ਵੀ ਹਰ ਹਾਲਤ ਚੀਫ ਮਿਨਿਸਟਰਸ਼ਿਪ ਲੈਣੀ ਹੈ, ਉਹ ਮਾੜੀ ਗੱਲ ਆ। ਉਹ ਤਾਂ ਫਿਰ ਤੁਸੀਂ ਜਿਹੜੇ ਮੀਨਸ ਹੈ ਉਹ ਤੁਹਾਡੇ ਐਂਡ ਦੇ ਨਾਲ ਨਹੀਂ ਕੰਪਰੋਮਾਈਜ਼ ਹੋ ਜਾਣਗੇ। ਉਹ ਫਿਰ ਤੁਸੀਂ ਪੈਸੇ ਨਾਲ ਧੋਖਾਧੜੀ ਨਾਲ ਜਿਵੇਂ ਬਾਕੀ ਸਾਰੇ ਬਣਦੇ, ਫਿਰ ਉਹਦਾ ਨਵਜੋਤ ਸਿੰਘ ਸਿੱਧੂ ਦਾ ਬਾਕੀਆਂ ਨਾਲੋਂ ਫਰਕ ਨਹੀਂ ਹੋਊਗਾ। ਇੱਕ ਗੱਲ ਵਿੱਚੋਂ ਸਾਡੀ ਬਾਰ-ਬਾਰ ਰਹਿ ਜਾਂਦੀ, ਜਿਹੜੀ ਮੈਂ ਕਹਿਣੀ ਚਾਹੁੰਦਾ, ਕਿ ਜਿਹੜੀ ਦੋਵਾਂ ਦੀ ਪਲੇਅਰਾਂ ਦੀ ਜੋੜੀ ਹੈਗੀ, ਜੋ ਮੈਨੂੰ ਲੱਗਦਾ ਕਿ ਉਹ ਦੁਬਾਰਾ ਕਾਂਗਰਸ 'ਚ ਸੈੱਟ ਹੋਣਾ ਬੜਾ ਮੁਸ਼ਕਿਲ। ਬਾਕੀ ਸਾਰੇ ਉਛਲ ਕੂਦੀਆਂ ਮਾਰ ਕੇ ਸੈੱਟ ਹੋ ਜਾਣਗੇ, ਉਹ ਆਪਣੀ ਗੇਮ ਖੇਡ ਜਾਣਗੇ। ਹੋ ਸਕਦਾ ਉਹ ਇਹਨਾਂ ਨੂੰ ਇਸ ਗੇਮ ਲਈ ਰੌਲਾ ਪਾਉਣ ਲਈ ਤੇ ਵਰਤ ਲੈਣ, ਬਾਅਦ ਵਿੱਚ ਕਹਿਣ ਵੀ ਚੰਗਾ ਹੁਣ ਉੱਤੋਂ ਸਾਨੂੰ ਪ੍ਰਿਯੰਕਾ ਦਾ ਆ ਗਿਆ, ਇਹ ਆ ਗਿਆ। ਪਰ ਇਹਨਾਂ ਦਾ ਬੰਦਾ ਦਾ ਜੋ ਇਹਨਾਂ ਦਾ ਸੁਭਾਅ, ਜੋ ਇਹਨਾਂ ਦੀ ਪੋਲੀਟਿਕਸ, ਜੋ ਇਹਨਾਂ ਦੇ ਤੌਰ ਤਰੀਕੇ ਆ, ਇਹਨਾਂ ਲਈ ਮੈਨੂੰ ਲੱਗਦਾ ਥੋੜ੍ਹਾ ਰਸਤਾ ਮੁਸ਼ਕਿਲ ਹੋ ਜੂ ਪ੍ਰਗਟ ਲਈ ਅਤੇ ਨਵਜੋਤ ਸਿੰਘ ਸਿੱਧੂ ਲਈ, ਕਿਉਂਕਿ ਇਹ ਪਲੇਅਰ ਬੈਕਗਰਾਊਂਡ ਦੇ ਆ। ਇਹ ਕੋਈ ਉਸ ਕਿਸਮ ਦੀ ਹਰ ਕਿਸਮ ਦੀ ਸ਼ਰਮ ਹਜਾ ਤੇ ਚੱਕ ਕੇ ਨਹੀਂ ਚੱਲਦੇ, ਜਿਵੇਂ ਇਹ ਤੇ ਕੋਈ ਹੁੰਦੀ ਨਹੀਂ ਰਾਜਨੀਤੀ ਦੇ ਵਿੱਚ। ਤੇ ਇੱਥੇ ਗਾਲਾਂ ਪਈਆਂ, ਜਿੰਨੇ ਛਿੱਤਰ ਪਏ ਉਹਨਾਂ ਹੀ ਉਹਨਾਂ ਨੂੰ ਲੱਗਦਾ ਜਿੰਨੀਆਂ ਵੋਟਾਂ ਪੈ ਰਹੀਆਂ ਉੱਪਰੋਂ। ਇਸ ਕਿਸਮ ਦਾ ਰਾਜਨੀਤੀ ਦੀ ਇੱਕ ਅਲੱਗ ਗ੍ਰਾਮਰ ਹੈਗੀ। ਪਰ ਇਹ ਬੰਦੇ ਜਿਹੜੇ ਆ, ਇਹ ਸਾਡੇ ਵਾਂਗੂ ਜਿਸ ਤਰ੍ਹਾਂ ਹਮਾ ਤੁਮਾ ਆ, ਥੋੜ੍ਹਾ ਇੱਜ਼ਤ ਬਚਾ ਕੇ ਰੱਖਣਾ, ਥੋੜ੍ਹਾ ਸ਼ਬਦਾਂ ਦੇ ਪੱਕੇ ਰਹਿਣਾ, ਥੋੜ੍ਹਾ ਜਿਹਾ ਇੱਜ਼ਤ ਆਬਰੂ ਦੇ ਨਾਲ ਉਸ ਕਿਸਮ ਦੀ ਗੱਲ ਕਰਨਾ, ਅਣਖੀਲੇ ਹੋਣਾ, ਉਸ ਕਿਸਮ ਦਾ। ਹਾਲਾਂਕਿ ਪੋਲੀਟਿਕਸ ਵਿੱਚ ਇਹ ਗੱਲਾਂ ਬਹੁਤੀਆਂ ਸਹਾਈ ਸਾਬਤ ਨਹੀਂ ਹੁੰਦੀਆਂ, ਤੁਹਾਨੂੰ ਪਤਾ ਹੀ ਹੈ। ਪਰ ਉਹਦੇ ਬਾਵਜੂਦ ਜੇ ਹੈ ਤਾਂ ਇਹ ਕਿਵੇਂ, ਇਹਨਾਂ ਦਾ ਕੀ ਬਣੂਗਾ? ਹੁਣ ਜਿਹੜੀ ਰਹੀ ਸਵਾਲ ਕਿ ਮੇਰੇ ਜੋ ਪਰਸਨਲ ਮੈਨੂੰ ਲੱਗਦਾ ਕਿ ਇਹਨਾਂ ਨੂੰ ਦਹਾੜ ਮਾਰ ਕੇ ਬਾਹਰ ਆਉਣਾ ਚਾਹੀਦਾ, ਮੌਕਾ ਆ ਗਿਆ, ਔਰ ਇਹ ਆਖਰੀ ਹੱਲਾ ਮਾਰ ਲੈਣਾ ਚਾਹੀਦਾ। ਜੇ ਤੇ ਲੋਕ ਇਹਨਾਂ ਨਾਲ ਖੜੇ ਹੋ ਗਏ ਤੇ ਠੀਕ ਹੈ, ਕਿਸਾਨ ਹੈ, ਹੋਰ ਹੈ, ਮਜ਼ਦੂਰ ਹੈ, ਬਥੇਰੇ ਲੋਕ ਸਾਰੇ ਸੱਜੇ ਖੱਬੇ ਹੋ ਜਾਣਗੇ। ਜੇ ਦੋਵੇਂ ਬੰਦੇ ਇੱਕ ਵਾਰੀ ਆਪਣੀ ਹੋਰ 8 10 20 ਦੀ ਟੀਮ ਬਣਾ ਲੈਣ, ਇੱਕ ਪੂਰਾ ਧੜੱਲੇ ਨਾਲ ਆ ਜਾਣ, ਤੇ ਮੈਨੂੰ ਲੱਗਦਾ ਕਿ ਇੱਕ ਵਾਰੀ ਅਨਾਊਂਸ ਤੇ ਕਰਨ, ਬਾਕੀ ਬਾਅਦ ਦੀ ਗੱਲ ਹੈ, ਬਾਕੀ ਦੇਖੀ ਜਾਊਗੀ। ਉਹ ਫਿਰ ਮਸ਼ਕ ਪਾਣੀ ਫਾਇਰ ਬ੍ਰਿਗੇਡ ਦਿੱਲੀ ਵਾਲੇ ਲੈ ਕੇ ਆਵੇ, ਪ੍ਰਿਯੰਕਾ ਆਵੇ, ਸੋਨੀਆ, ਉਹ ਬਾਅਦ ਦੀਆਂ ਗੱਲਾਂ। ਪਰ ਇਹਨਾਂ ਨੂੰ ਇੱਕ ਵਾਰੀ ਦਹਾੜ ਮਾਰਨੀ ਚਾਹੀਦੀ ਹੈ। ਟਵਿੱਟਰ ਕੀ ਹੁੰਦਾ? ਟਵਿੱਟਰ 'ਤੇ ਐਵੇਂ ਖੇਲਾਂ ਜੀਆਂ ਕਰੀ ਜਾਂਦੇ, ਉੱਥੇ ਕਰਤਾ, ਮੀਡੀਆ 'ਚ ਆ ਗਿਆ, ਫਿਰ ਕਰਤਾ ਨਾ। ਤੁਹਾਨੂੰ ਇਹਨਾਂ ਨੂੰ ਬਿਲਕੁਲ ਅਲਟਰਨੇਟਿਵ ਪ੍ਰੋਗਰਾਮ ਹੋਣਾ ਚਾਹੀਦਾ। ਇਹ ਦੱਸਣ, ਲੋਕਾਂ ਨੂੰ ਕਨਵਿੰਸ ਕਰਨ ਕਿ ਅਸੀਂ ਉਹਨਾਂ ਨਾਲੋਂ ਅਲੱਗ ਕਿਵੇਂ ਆ। ਅਸੀਂ ਜੇ ਲੋਕਾਂ ਦੇ ਵਿੱਚ ਜਾਵਾਂਗੇ ਜਾਂ ਲੋਕਾਂ ਲਈ ਕੁਛ ਕਰਾਂਗੇ, ਜੇ ਲੋਕ ਸਾਨੂੰ ਇਸ ਕਿਸਮ ਦੀ ਡਿਊਟੀ ਲਾਉਂਦੇ ਆ, ਤਾਂ ਅਸੀਂ ਉਹਨਾਂ ਨਾਲੋਂ ਅਲੱਗ ਢੰਗ, ਸਾਡੇ ਤੌਰ ਤਰੀਕੇ ਕੀ ਹੋਣਗੇ। ਸਰ, ਅਲੱਗ ਹੋ ਕੇ ਜਿਵੇਂ ਢੀਂਡਸਾ ਸਾਹਿਬ ਹੋਣਾ ਨੇ ਇੱਕ ਬਣਾਇਆ ਜੀ, ਕਹਿੰਦੇ ਜੀ ਚੌਥਾ ਧਿਰ ਅਸੀਂ ਬਣਾਵਾਂਗੇ, ਇੱਕ ਨਵਾਂ ਧਿਰ ਖੜਾ ਕਰਾਂਗੇ, ਉਹਨਾਂ ਦੇ ਨਾਲ ਮਿਲਣਾ ਚਾਹੀਦਾ ਜਾਂ ਫਿਰ ਅਲੱਗ ਹੀ ਆਪਣੀ ਟੀਮ ਤਿਆਰ ਕਰਨੀ ਚਾਹੀਦੀ ਹੈ ਜੇ ਅਲੱਗ ਹੁੰਦੇ ਨੇ? ਦੇਖੋ, ਮੇਰਾ ਜੋ ਨਿੱਜੀ ਤਜਰਬਾ ਹੈਗਾ ਕਿ ਜਿਹੜਾ ਮਿਲਣ ਜੁਲਣ ਵਾਲਾ ਕੰਮ ਹੈ ਬਹੁਤਾ ਚੱਲਦਾ ਨਹੀਂ। ਤੁਸੀਂ ਬ੍ਰਹਮਪੁਰਾ ਪਹਿਲਾਂ ਨਿਕਲਿਆ, ਢੀਂਡਸੇ ਨੇ ਜਦ ਤੱਕ ਆਪਣਾ ਨਹੀਂ ਬਣਾਇਆ ਉਹਦੇ ਨਾਲ ਗੱਲ ਵੀ ਨਹੀਂ ਕੀਤੀ, ਉਹ ਨਾਰਾਜ਼ ਹੋ ਕੇ ਘਰੇ ਬਹਿ ਗਿਆ। ਫਿਰ ਦੇਖਿਆ, ਇਹਨੂੰ ਲੱਗਾ ਕਿ ਮੈਂ ਉਹਨੂੰ ਥੱਲੇ ਲਾ ਕੇ ਲੈ ਆਊਂਗਾ, ਹੁਣ ਉਹਨੂੰ ਸਰਪ੍ਰਸਤ ਬਣਾਤਾ, ਪ੍ਰਧਾਨ ਆਪ ਹੀ ਬਣਿਆ। ਜਿਹੜੇ 2 ਬੰਦਿਆਂ ਨੇ ਅਜੇ ਗੱਲ ਕੀਤੀ ਆਪਸ ਵਿੱਚ। ਸਾਡੇ ਬੜੀ ਮਾੜੀ ਗੱਲ ਆ, ਆਦਤ ਸਾਡੇ ਮਾੜੀ ਗੱਲ ਨਹੀਂ ਹੈ, ਇੱਕ ਤਾਂ ਕਿਸਮ ਦੀ ਖੂਬੀ ਵੀ ਹੈਗੀ ਵੈਸੇ ਤੇ, ਕਿ ਹਰ ਬੰਦਾ ਕਹਿੰਦਾ ਮੈਂ ਲੀਡਰ ਹਾਂ ਅਤੇ ਮੇਰੇ ਪਿੱਛੇ ਲੱਗੋ। ਪਿੱਛੇ ਕੌਣ ਲੱਗੇ ਜਦ ਸਾਰੇ ਅੱਗੇ ਲੱਗਣ ਵਾਲੇ ਹੈਗੇ ਆ। ਇਹ ਇੱਕ ਸਾਡੀ ਦਿੱਕਤ ਥੋੜ੍ਹੀ ਜਿਹੀ ਆਉਂਦੀ ਹੈ ਜਦੋਂ ਰਾਜਨੀਤੀ ਦੀ, ਇਹ ਇੱਥੇ ਵੀ ਆਊਗੀ। ਪਰ ਮੈਨੂੰ ਲੱਗਦਾ ਹੁਣ ਕੇਜਰੀਵਾਲ ਇਕੱਲਾ ਹੀ ਬੰਦਾ ਚੱਲਿਆ ਸੀ ਜਦੋਂ ਚੱਲਿਆ ਜੀ, ਇੱਥੇ ਆ ਕੇ ਕਿਤੇ ਕਿਤੇ ਘੱਟ ਉਹਨੇ ਸ਼ੋਰ ਮਚਾਇਆ। ਨਾਲੇ ਹਰਿਆਣਵੀ ਹੈ, ਨਾਲੇ ਦਿੱਲੀ ਦਾ, ਫਿਰ ਟੋਪੀਆਂ ਪਾ ਕੇ ਆਏ ਸੀ। ਇੱਥੇ ਦੇ ਕੋਈ ਟੋਪੀਆਂ ਦਾ ਉਨਾ ਜ਼ਿਆਦਾ ਰਿਵਾਜ ਹੀ ਨਹੀਂ, ਨਾ ਹਿੰਦੂਆਂ 'ਚ ਨਾ ਸਿੱਖਾਂ 'ਚ। ਉਹਨੂੰ ਵੀ ਲੋਕਾਂ ਨੇ ਮੰਨ ਲਿਆ। ਇਸ ਲਈ ਜੇ ਤੁਸੀਂ ਕੁਛ ਕਰਨਾ ਨਾ,
ਇੱਕ ਟੀਮ ਜੀ ਕਰਕੇ ਕਰੀ ਕਰ ਲਓ, ਨਹੀਂ ਤੇ ਚੁੱਪ ਕਰਕੇ ਘਰੇ ਬਹਿ ਜਾਓ। ਜੋ ਪ੍ਰਗਟ ਨੇ ਕਰਨਾ ਉਹ ਪ੍ਰਗਟ ਕਰ ਲਵੇ, ਜੋ ਉਹਨਾਂ ਨੇ ਕਰਨਾ। ਜੇ ਨਹੀਂ ਰਾਜਨੀਤੀ ਸੂਟ ਕਰਦੀ, ਦੇਖੋ ਹੁਣ ਕਿੰਨੀ ਕੁ ਵਾਰੀ ਬਦਲੋਗੇ? 2 ਪਾਰਟੀਆਂ ਇਹਨੇ ਬਦਲੀਆਂ, 2 ਹੀ ਪ੍ਰਗਟ ਨੇ ਬਦਲ ਲਈਆਂ। ਤੁਸੀਂ ਇੱਕ ਵਾਰੀ ਸਿੱਧਾ ਲੋਕਾਂ ਕੋਲੋਂ ਜਾਓ, ਇਹਨਾਂ ਦਾ ਪਿੱਛਾ ਛੱਡੋ, ਮੇਰਾ ਖਿਆਲ ਹੈ। ਤੇ ਫਿਰ ਨਾਲੇ ਲੋਕਾਂ ਦਾ ਵੀ ਪਤਾ ਲੱਗ ਜੂ ਵੀ ਉਹ ਚੰਗੇ ਮਾੜੇ ਨੂੰ ਕਿਵੇਂ ਪਛਾਣਦੇ। ਫਿਰ ਉਹ ਕਹਿ ਦੇਣਗੇ ਵੀ ਅਸੀਂ ਤੇ ਆਪਣਾ ਕੈਰੀਅਰ ਦਾ ਤੇ ਲਾ ਕੇ ਪੋਲੀਟੀਕਲ ਕੈਰੀਅਰ ਤੁਹਾਨੂੰ ਆਵਾਜ਼ ਮਾਰੀ ਸੀ, ਤੁਸੀਂ ਨਹੀਂ ਆਏ, ਤੁਸੀਂ ਉਹਨਾਂ ਦੇ ਗੱਡੀ ਤੇ ਚੜ੍ਹੇ, ਹੁਣ ਚੜ੍ਹੇ ਰਹੋ, ਹੁਣ ਰੋ। ਸਰ ਜਿਹੜਾ ਇੱਕ ਇਲਜ਼ਾਮ ਨਵਜੋਤ ਸਿੰਘ ਸਿੱਧੂ, ਕਈ ਵਾਰ ਵੀਡੀਓਜ਼ ਦੇ ਵਿੱਚ ਤੁਸੀਂ ਸੁਣਿਆ ਹੋਣਾ ਕਿ 75-25 ਵਾਲੀ ਗੇਮ ਚੱਲ ਰਹੀ ਹੈ, ਪਰ ਮੈਨੂੰ ਨਹੀਂ ਇਹ 75-25 ਵਾਲੀ ਗੇਮ ਆਉਂਦੀ। ਉਹ ਕਹਿੰਦੇ ਆ ਕਿ ਨਾਲੇ ਆਮ ਆਦਮੀ ਪਾਰਟੀ ਵਾਰ-ਵਾਰ ਇਲਜ਼ਾਮ ਲਾਉਂਦੀ ਹੈ ਵੀ ਅਕਾਲੀ ਦਲ ਹੋ ਗਏ, ਖਾਸ ਕਰਕੇ ਬਾਦਲ ਪਰਿਵਾਰ ਹੋ ਗਿਆ, ਤੇ ਕੈਪਟਨ ਸਾਹਿਬ ਹੋ ਗਏ, ਘਿਓ ਖਿਚੜੀ ਹੋ ਕੇ ਖੇਲ ਰਹੇ ਨੇ, ਇੱਕ ਫਰੈਂਡਲੀ ਮੈਚ ਖੇਲ ਰਹੇ ਨੇ, ਤੇ ਇਹ ਇਲਜ਼ਾਮ ਬਾਰ-ਬਾਰ ਲੱਗ ਰਹੇ ਨੇ। ਦੂਜੇ ਪਾਸੇ ਕੈਪਟਨ ਸਾਹਿਬ ਵੱਲੋਂ ਜਾਂ ਪੰਜਾਬ ਸਰਕਾਰ ਵੱਲੋਂ ਆਪਣੇ ਹੀ ਲੀਡਰਾਂ ਤੇ, ਚਾਹੇ ਨਵਜੋਤ ਸਿੰਘ ਸਿੱਧੂ ਖਿਲਾਫ ਵਿਜੀਲੈਂਸ ਦੀ ਗੱਲ ਹੋਵੇ ਜਾਂ ਪ੍ਰਗਟ ਸਿੰਘ ਨੂੰ ਧਮਕਾਉਣ ਦੀ ਗੱਲ ਹੋਵੇ, ਜਾਂ ਚੰਨੀ ਦੇ ਖਿਲਾਫ 3 ਸਾਲ ਬਾਅਦ ਫਿਰ ਤੋਂ ਉਹ IAS ਮਹਿਲਾ ਦੇ ਨਾਲ ਜਿਹੜਾ ਮੈਸੇਜ ਕੀਤਾ ਸੀ ਉਹ ਮਾਮਲਾ ਚੁੱਕਣ ਦੀ ਗੱਲ ਹੋਵੇ, ਨਿਸ਼ਾਨੇ ਤੇ ਆਪਣਿਆਂ ਨੂੰ ਲੈਣਾ ਕਿਤੇ ਵਾਕਈ ਇਸ ਗੱਲ ਨੂੰ ਪੁਖਤਾ ਨਹੀਂ ਕਰਦਾ ਵੀ ਘਿਓ ਖਿਚੜੀ ਹੈ ਮਾਮਲਾ ਕੁਛ ਨਾ ਕੁਛ? ਲੜਾਈ ਹਮੇਸ਼ਾ ਦੇਖੋ ਦੋਹਰੀ ਹੁੰਦੀ ਹੈ। ਇੱਕ ਜਿਹੜੀ ਪਾਰਟੀ ਦੇ ਅੰਦਰ ਸੱਤਾ ਨੂੰ ਆਪਣੇ ਹੱਥ 'ਚ ਰੱਖਣਾ, ਤੇ ਇੱਕ ਬਾਹਰੋਂ ਸੱਤਾ ਲੈ ਕੇ ਆਉਣਾ, ਜਾਣੀ ਪਾਰਟੀ ਨੂੰ ਜਿਤਾਉਣਾ। ਇਹ ਲੜਾਈ ਹਮੇਸ਼ਾ ਹੀ ਸਾਰੇ ਜਿੰਨੀਆਂ ਵੀ ਪੋਲੀਟੀਕਲ ਪਾਰਟੀਆਂ, ਭਾਵੇਂ ਉਹ ਰੂਸ ਦੇ ਵਿੱਚ ਸੀ, ਭਾਵੇਂ ਇਨਕਲਾਬੀ ਪਾਰਟੀਆਂ ਸੀ, ਭਾਵੇਂ ਨਾ ਸੱਜੀਆਂ ਸੀ, ਖੱਬੀਆਂ ਸੀ, ਸਾਰਿਆਂ 'ਚ ਲੜਾਈ ਲਗਾਤਾਰ ਹੁੰਦੀ ਹੈ। ਔਰ ਬੜਾ ਭੀਸ਼ਣ ਯੁੱਧ ਹੁੰਦਾ, ਜਿਹੜਾ ਅੰਦਰੂਨੀ ਯੁੱਧ ਹੁੰਦਾ ਉਹ ਜ਼ਿਆਦਾ ਖਤਰਨਾਕ ਤੇ ਜ਼ਿਆਦਾ ਕਤਲੋਗਾਰਦ ਵਾਲਾ ਹੁੰਦਾ। ਸਮਝ ਲਓ ਤੁਸੀਂ ਖੂਨ ਪੀਣਾ ਹੁੰਦਾ ਇਹ ਬਾਹਰਲੇ ਯੁੱਧ ਨਾਲੋਂ, ਕਿਉਂਕਿ ਜੇ ਦੁਸ਼ਮਣ ਨਾਲ ਲੜਨਾ ਤਾਂ ਉਹ ਤੁਹਾਨੂੰ ਪਤਾ ਉਹ ਦੁਸ਼ਮਣ ਹੈ। ਜਿਹੜਾ ਆਪਣੇ ਘਰੇਲੂ ਬੰਦੇ ਨਾਲ ਲੜਨਾ ਉਹ ਬੜਾ ਔਖਾ ਹੁੰਦਾ। ਇਹ ਮੈਨੂੰ ਕੋਈ ਵੱਡੀ ਗੱਲ ਖਾਸ ਲੱਗਦੀ ਨਹੀਂ ਹੈ ਕਿ ਇਹ ਜਿਹੜਾ ਤੁਸੀਂ ਕਹਿੰਦੇ ਆ ਕਿ ਇੰਝ ਹੋ ਜੂ ਇੰਝ ਹੋ ਜੂ। ਮੈਨੂੰ ਲੱਗਦਾ ਇਹ ਥੋੜ੍ਹੀ ਦੇਰ ਤੱਕ ਠੰਡ ਠੰਡੌਲਾ ਜਿਹੜਾ ਹੋ ਜਾਣਾ ਆ, ਇਹ ਸਿਰਫ ਇਹਨਾਂ ਦਿਨਾਂ 'ਚ ਹੀ ਆ। ਥੋੜ੍ਹਾ ਜਿਹਾ ਜਦੋਂ ਵੀ ਪੰਜਾਬ ਦਾ ਕੋਈ ਪ੍ਰਧਾਨ ਜੇ ਅਨਾਉਂਸ ਹੋ ਗਿਆ ਜਾਂ ਕੋਈ ਨਾ ਕੁਛ ਅੱਗੇ ਵੀ ਸੀਗਾ, ਜਿਹਨੂੰ ਜੇ ਸੈੱਟ ਕੀਤਾ ਤੇ ਕਰ ਲਿਆ ਤੇ ਇਹ ਹੋ ਜਾਣਾ, ਕੋਈ ਬਹੁਤੀ ਲੰਬੀ ਦੇਰ ਦੇ ਚੱਲਣਾ ਨਹੀਂ ਹੈਗਾ। ਸਰ ਆਖਰੀ ਸਵਾਲ ਪੁੱਛਾਂਗਾ, ਤੁਹਾਨੂੰ ਲੱਗਦਾ ਹੈ ਕਿ ਹੁਣ ਪੰਜਾਬ ਦੇ ਲੋਕਾਂ ਨੂੰ ਝੋਨੇ ਜਾਂ ਕਣਕ ਦੇ ਵਿੱਚੋਂ ਨਿਕਲ ਕੇ ਜਿਹੜਾ ਬਦਲ ਦੀ ਗੱਲ ਹੋ ਰਹੀ ਹੈ ਵੀ ਖੇਤੀ ਵਿੱਚ ਵੀ ਇੱਕ ਬਦਲ ਲੱਭਿਆ ਜਾਵੇ, ਕਿਉਂਕਿ ਅਸੀਂ ਆਪਣੇ ਪਾਣੀ ਵੀ ਮੁਕਾ ਲਏ, ਤਾਂ ਹੁਣ ਚੀਕੂ, ਸੀਤਾਫਲ ਜਾਂ ਸੇਬਾਂ, ਅੰਬਾਂ ਵਾਲੇ ਪਾਸੇ ਆਉਣਾ ਚਾਹੀਦਾ ਹੈ ਜੀ, ਕਿਉਂਕਿ ਉੱਥੇ ਉਹਦੀ ਡਿਮਾਂਡ ਬਹੁਤ ਹੈ ਜੀ? ਤੁਸੀਂ ਦੇਖੋ ਹੁਣ ਉੱਧਰ ਵਾਰ-ਵਾਰ ਚੀਕੂ ਦਾ ਕਰਦੇ ਆ, ਤੁਸੀਂ ਵੀ ਨੌਜਵਾਨ ਆ, ਉਹ ਗੱਲਾਂ ਦਾ ਮਜ਼ਾ ਲੈ ਰਹੇ, ਤੁਹਾਡੇ ਦਿਮਾਗ 'ਚ ਵੀਡੀਓ ਜਾ ਨਹੀਂ ਰਹੀ। ਪਰ ਮੇਰਾ ਇਹ ਕਹਿਣਾ ਹੈ ਕਿ ਦੇਖੋ ਡਾਇਵਰਸੀਫਿਕੇਸ਼ਨ ਦਾ ਤਾਂ ਬੜੀ ਦੇਰ ਦਾ ਹੈਗਾ ਆ, ਔਰ ਜੇ ਹੋ ਜੇ ਤਾਂ ਚੰਗੀ ਗੱਲ ਹੈ, ਪਰ ਕੋਈ ਮੂਰਖ ਨਹੀਂ ਹੈ। ਤੁਸੀਂ ਗਰੰਟੀ ਨਹੀਂ ਦਿੰਦੇ। ਤੁਸੀਂ ਇੱਥੇ ਮਿਹਨਤਾਂ ਲੋਕਾਂ ਨੂੰ ਕਿਹਾ, ਲੋਕਾਂ ਨੇ ਮਿਹਨਤਾਂ ਲਾ ਲਿਆ। ਕਾਂਟਰੈਕਟ ਫਾਰਮਿੰਗ ਕਹੀ, ਉਹ ਕਾਂਟਰੈਕਟ ਫਾਰਮਿੰਗ ਸ਼ੁਰੂ ਕੀਤੀ। ਮੱਕੀ ਕਹੀ, ਸੂਰਜਮੁਖੀ ਕਿਹਾ, ਸਾਰਾ ਕੁਝ ਲਾ ਕੇ ਦੇਖ ਲਿਆ ਲੋਕਾਂ ਨੇ। ਜਿਹੜੀਆਂ ਚੰਗੀਆਂ ਚੀਜ਼ਾਂ ਸੀ ਉਹ ਲੋਕਾਂ ਨੇ ਅਡਾਪਟ ਵੀ ਕੀਤੀਆਂ, ਜਿੱਥੇ ਉਹਨਾਂ ਨੂੰ ਸਭ ਤੋਂ ਪਹਿਲਾਂ ਅਸੀਂ ਪੰਜਾਬ ਨੇ ਨਵੀਂ ਟੈਕਨੋਲੋਜੀ ਸਾਰਾ ਕੁਝ ਅਡਾਪਟ ਕੀਤਾ। ਜੇ ਅਸੀਂ ਪਹਿਲਾਂ ਅਡਾਪਟ ਕਰ ਸਕਦੇ ਹਾਂ, ਅਸੀਂ ਮਿੰਟਾਂ 'ਚ ਉਹਦੀ ਛੱਡ ਵੀ ਸਕਦੇ ਹਾਂ, ਖਾਸ ਕਰ ਜਿਹੜੀ ਚੀਜ਼ ਸਾਡੇ ਲਈ ਖਤਰੇ ਪੈਦਾ ਕਰ ਰਹੀ ਹੋਵੇ। ਝੋਨੇ ਦਾ ਲਾਉਣਾ, ਪਾਣੀ ਦਾ ਉਹ ਵਾਧੂ ਸਾਰਾ ਇੰਝ ਕਰਨਾ। ਇਸ ਲਈ ਮੇਰਾ ਤਾਂ ਇਹ ਸੋਚਣਾ ਹੈ ਕਿ ਜਿਹੜੀ ਚੀਕੂ ਲਾਓ ਜਾਂ ਤੁਸੀਂ ਸੰਤਰੇ ਲਾਓ ਜਾਂ ਕੋਈ ਅਨਾਰ ਲਾਓ, ਜਿਹੜੀ ਮਰਜ਼ੀ ਲਾਓ, ਜਾਂ ਕੋਈ ਹੋਰ ਫਸਲਾਂ ਲਾਓ, ਇੱਥੇ ਵੀ ਰਾਜਨੀਤਿਕ ਫਸਲਾਂ ਦਾ ਵੀ ਇੱਕ ਨਵੀਂ ਪਾਰਟੀ ਕੋਈ ਨਾ ਕੋਈ ਆਉਣੀ ਚਾਹੀਦੀ ਹੈਗੀ ਹੈ। ਉੱਥੇ ਵੀ ਜਾਣੀ ਬਦਲਾਅ ਹੋਣਾ ਚਾਹੀਦਾ। ਅਤੇ ਜਿਹੜੀ ਅਸਲੀ ਧਰਾਤਲ ਦੀ ਇਨਵਾਇਰਮੈਂਟ ਵਾਲੀ ਸਾਡੀ ਡੈਗਰੇਡੇਸ਼ਨ ਹੋ ਰਹੀ ਹੈ, ਪੋਲੀਟੀਕਲ ਇਨਵਾਇਰਮੈਂਟ, ਸਾਡਾ ਨੈਚੁਰਲ ਇਨਵਾਇਰਮੈਂਟ ਹੈ ਨਾ, ਇਹ ਸਾਰਾ ਸੋਸ਼ਲ ਇਨਵਾਇਰਮੈਂਟ, ਜਿੱਥੇ ਹੁਣ ਆ ਕੇ ਦਲਿਤਾਂ ਦੇ ਚੀਫ ਮਿਨਿਸਟਰਾਂ ਦੀ ਗੱਲ ਚੱਲ ਪਈ ਹੈ, ਇਹ ਸਾਰੇ ਦੇ ਸਾਰੇ ਨੂੰ ਬਚਾਉਣ ਦੀ ਲੋੜ ਆ। ਔਰ ਬਚਾਵਾਂਗੇ ਤਾਂ ਹੀ ਜੇ ਅਸੀਂ ਆਪ ਜਾਗਰੂਕ ਹੋਵਾਂਗੇ। ਜੇ ਲੋਕ ਜਿਨ੍ਹਾਂ ਦੇ ਉੱਤੇ ਕੱਲ੍ਹ ਇਹਨਾਂ ਦੀ ਇਹ ਪੁੱਠੀਆਂ ਚਾਲਾਂ ਦੀ ਭਾਰੀ ਪੈਣੀ ਆ, ਉਹ ਅੱਜ ਸਤਰਕ ਹੋ ਕੇ ਲੜਾਈ ਲਈ ਤਿਆਰ ਹੋਣਗੇ, ਤਾਂ ਆਪਾਂ ਪੰਜਾਬ ਨੂੰ ਬਚਾ ਸਕਦੇ ਹਾਂ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ ਸਰ। ਪ੍ਰੋਫੈਸਰ ਮਨਜੀਤ ਸਿੰਘ ਜੀ, ਬੜੀ ਬਖੂਬੀ ਦੇ ਨਾਲ ਸਾਰੀਆਂ ਗੱਲਾਂ ਤੇ ਆਪਣਾ ਜਿਹੜਾ ਵਿਚਾਰ ਹੈ ਉਹ ਰੱਖਿਆ ਹੈ। ਨਾਲੇ ਵਾਕਈ ਸੋਚਣ ਵਾਲੀ ਗੱਲ ਹੈ, ਸਿਰਫ ਸਿਆਸੀ ਫਸਲ ਹੀ ਨਹੀਂ, ਯਾਨੀ ਕਿ ਜਿਹੜੀਆਂ ਰਿਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਸਾਨੂੰ ਸਿਆਸੀ ਤੌਰ 'ਤੇ ਬਦਲ ਹੀ ਨਹੀਂ ਚਾਹੀਦਾ, ਸਗੋਂ ਅਸੀਂ ਹੁਣ ਫਸਲਾਂ ਦੇ ਵਿੱਚ ਵੀ ਬਦਲ ਵੱਲ ਨੂੰ ਜ਼ਰੂਰ ਦੇਖੀਏ। ਪਰ ਸਰਕਾਰਾਂ ਨੂੰ ਪਹਿਲਾਂ ਉਸ ਦੀ ਖਰੀਦ ਜਿਹੜੀ ਹੈਗੀ ਹੈ ਉਹ ਪੱਕੀ ਕਰਨੀ ਪਏਗੀ, ਮਾਰਕੀਟ ਪੱਕੀ ਕਰਨੀ ਪਏਗੀ, ਤਾਂ ਜੋ ਜਿਹੜੀ ਕਿਸਾਨ ਦੀ ਕੋਈ ਫਸਲ ਹੈ ਉਹ ਜ਼ਾਇਆ ਨਾ ਜਾਵੇ, ਉਸਨੂੰ ਉਸਦਾ ਮਿਹਨਤ ਜਿਹੜੀ ਹੈ ਉਸਦਾ ਮੁੱਲ ਪੂਰਾ ਮਿਲ ਸਕੇ। ਰਹੀ ਗੱਲ ਮਜ਼ਾਕ ਦੀ, ਚੀਕੂ, ਸੀਤਾਫਲ, ਸੇਬ ਜਾਂ ਅੰਬ ਜਿਹੜੇ ਨੇ ਉਹ ਹੋ ਸਕਦਾ ਹੈ ਕਿ ਮੈਡਮ ਅਰੂਸਾ ਆਲਮ ਦੇ ਨਾਲ ਗੱਲ ਕਰਕੇ ਉਹ ਡਾਇਰੈਕਟ ਹੀ ਐਕਸਪੋਰਟ ਕਰਵਾ ਸਕਣ, ਕੋਈ ਮਦਦ ਹੋ ਸਕੇ, ਇਹ ਵੀ ਉਮੀਦ ਕਰਾਂਗੇ।
ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ ਦ ਖਬਰਸਾਰ ਚੰਡੀਗੜ੍ਹ।